ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਲਈ। ਅੱਜ ਇੱਕ ਦੋ ਗੱਲਾਂ ਜਿਹੜੀਆਂ ਕਾਫੀ ਮਹੱਤਵਪੂਰਨ ਨੇ। ਇੱਕ ਤਾਂ ਯੂਕਰੇਨ ਦੇ ਬਹੁਤ ਸਾਰੇ ਸ਼ਰਨਾਰਥੀ ਆ ਰਹੇ ਨੇ ਕੈਨੇਡਾ ਦੇ ਵਿੱਚ, ਉਹਨਾਂ ਬਾਰੇ ਲੋਕਾਂ ਦਾ ਰਲਿਆ ਮਿਲਿਆ ਪ੍ਰਤੀਕਰਮ ਆ। ਕੁਝ ਲੋਕ ਜੀ ਆਇਆਂ ਕਹਿ ਰਹੇ, ਕੁਝ ਲੋਕ ਦੁਖੀ ਆ। ਇੱਕ ਕੈਨੇਡਾ ਦੇ ਵਿੱਚ ਕੁੱਤਿਆਂ ਨੂੰ ਲੈ ਕੇ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਡੀਬਾਰਕਿੰਗ ਕੀਤੀ ਜਾ ਰਹੀ, ਉਹਨੂੰ ਬੰਦ ਕਰਵਾਉਣ ਦੀ ਗੱਲਬਾਤ ਚੱਲਦੀ ਹੈ। ਵੈਨਕੂਵਰ ਦੇ ਵਿੱਚ ਮੰਗਲਵਾਰ ਨੂੰ ਇੱਕ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ। ਕੀ ਪ੍ਰੋਟੈਸਟ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਮੋਬਾਈਲ ਫੋਨ ਦੇ ਉੱਤੇ ਤੁਹਾਨੂੰ ਕਈ ਵਾਰੀ ਟਿਕਟ ਮਿਲ ਜਾਂਦੀ ਹੈ ਕਾਰ ਦੇ ਵਿੱਚ ਯੂਜ਼ ਕਰਦਿਆਂ ਨੂੰ, ਕਿੱਦਾਂ ਇਹਨੂੰ ਕਿੱਥੇ ਰੱਖਿਆ ਜਾਣਾ ਚਾਹੀਦਾ, ਕਿੱਥੇ ਤੁਹਾਨੂੰ ਟਿਕਟ ਮਿਲ ਸਕਦੀ ਆ, ਇਹਦੇ ਬਾਰੇ ਗੱਲਬਾਤ ਕਰਨੀ ਆ ਆਪਾਂ ਪ੍ਰਸਿੱਧ ਵਕੀਲ ਬ੍ਰਿਜਮੋਨ ਹੋਣਾ ਦੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੁਛ ਹੋਰ ਗੱਲਾਂ ਬਾਤਾਂ। ਪਹਿਲਾ ਮਸਲਾ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਜਿਹੜਾ ਉਹ ਵੈਨਕੂਵਰ ਤੇ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੇ ਯੂਕਰੇਨੀਅਨਸ ਨੇ, ਜਿਹੜੇ ਉੱਥੋਂ ਦੇ ਸ਼ਰਨਾਰਥੀ ਨੇ, ਉਹ ਆਉਣੇ ਸ਼ੁਰੂ ਹੋ ਚੁੱਕੇ ਆ। ਇਹਨਾਂ ਦੇ ਆਉਣ ਨੂੰ ਲੈ ਕੇ ਬਹੁਤ ਸਾਰੇ ਲੋਕ ਇਹਨਾਂ ਨੂੰ ਜੀ ਆਇਆਂ ਕਹਿ ਰਹੇ ਆ ਕਿ ਕੈਨੇਡਾ ਇੱਕ ਸਰਦਾ ਪੁੱਜਦਾ ਅਮੀਰ ਦੇਸ਼ ਆ, ਇਹਦਾ ਫਰਜ਼ ਬਣਦਾ ਕਿ ਕਿਸੇ ਔਖੇ ਸਮੇਂ ਦੇ ਵਿੱਚ ਦੂਜੇ ਦੇਸ਼ ਦੀ ਮਦਦ ਕਰੇ। ਇਸ ਵੇਲੇ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਆ ਤਾਂ ਉੱਥੋਂ ਜਿੰਨੇ 5 ਮਿਲੀਅਨ ਦੇ ਕਰੀਬ ਲੋਕ ਬਾਹਰ ਨਿਕਲ ਚੁੱਕੇ ਆ। ਕੈਨੇਡਾ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਥੇ ਆ ਸਕਦੇ ਹੋ, ਰਹਿ ਸਕਦੇ ਹੋ, ਅਤੇ ਉਹ ਹੁਣ ਰਹਿਣੇ ਸ਼ੁਰੂ ਹੋ ਗਏ ਆ। ਇਹਦੇ ਨਾਲ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਆਲੇ ਦੁਆਲੇ ਜਿਹੜੇ ਇਹ ਲੋਕ ਆ ਰਹੇ ਆ, ਇਹਨਾਂ ਦੇ ਆਨਲਾਈਨ ਕਮੈਂਟਸ ਕੁਝ ਲੋਕਲ ਮੀਡੀਆ ਕਵਰੇਜ ਦੇ ਵਿੱਚ ਦੱਸ ਰਹੇ ਆ ਕਿ ਇਹ ਲੋਕ ਕੁਝ ਇਸ ਗੱਲ ਤੋਂ ਪਰੇਸ਼ਾਨ ਵੀ ਆ ਕਿ ਪਹਿਲਾਂ ਤਾਂ ਇੰਨੇ ਮਹਿੰਗੇ ਇਲਾਕੇ ਦੇ ਵਿੱਚ ਇਹਨਾਂ ਨੂੰ ਕਿਉਂ ਲਿਆਂਦਾ ਜਾ ਰਿਹਾ। ਦੂਜੀ ਗੱਲ, ਇਹਦੇ ਨਾਲ ਇੱਥੋਂ ਜਿਹੜੀ ਰਹਿਣ ਵਾਲੇ ਲੋਕਾਂ ਦੇ ਉੱਤੇ ਵੀ ਇਹਦਾ ਅਸਰ ਪਊਗਾ, ਜਾਂ ਜਿਹੜਾ ਪੈਸਾ ਧੇਲਾ ਖਰਚਾ ਹੈ ਨਾ ਕੈਨੇਡਾ ਨੂੰ ਪਹਿਲਾਂ ਆਪਣੇ ਲੋਕਾਂ ਦੇ ਉੱਤੇ ਕਰਨਾ ਚਾਹੀਦਾ, ਉਹ ਦੂਜਿਆਂ ਦੇ ਉੱਤੇ ਉਹਨਾਂ ਨੂੰ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ। ਇਸ ਤਰ੍ਹਾਂ ਦਾ ਜਿਹੜਾ ਰਿਐਕਸ਼ਨ ਸੀ ਉਹ ਜਦੋਂ ਸੀਰੀਆ ਦੇ ਰਿਫਿਊਜੀ ਇੱਥੇ ਆਏ ਸੀ, ਉਹਨਾਂ ਬਾਰੇ ਵੀ ਕੁਝ ਲੋਕਾਂ ਨੇ ਇਹ ਰਿਐਕਸ਼ਨ ਦਿੱਤਾ ਸੀ। ਸੋ ਹੁਣ ਇਹ ਫਿਰ ਦੋਵੇਂ ਤਰ੍ਹਾਂ ਦਾ ਜਿਹੜਾ ਰਲਿਆ ਮਿਲਿਆ ਪ੍ਰਤੀਕਰਮ ਆ। ਬਹੁਤ ਸਾਰੇ ਲੋਕ ਇਹਨੂੰ ਜੀ ਆਇਆਂ ਕਹਿ ਰਹੇ ਆ, ਉਹਨਾਂ ਦੇ ਲਈ ਯਤਨ ਕਰ ਰਹੇ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਇੱਥੇ ਸੈੱਟ ਹੋ ਜਾਣ। ਇਕੱਲਾ ਬ੍ਰਿਟਿਸ਼ ਕੋਲੰਬੀਆ ਹੀ ਨਹੀਂ, ਪੂਰੀ ਦੁਨੀਆ ਇਸ ਵੇਲੇ ਰਿਫਿਊਜੀਜ਼ ਜਾਂ ਜਿਹੜੇ ਅਸਾਈਲਮ ਸੀਕਰਸ ਨੇ, ਮਾਈਗਰੈਂਟਸ ਨੇ, ਜਾਂ ਕੋਈ ਜਿਹੜੇ ਇੰਟਰਨਲੀ ਡਿਸਪਲੇਸ ਹੋਏ ਆ, ਕੋਈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਆ, ਉਹ ਇੱਥੇ ਆ ਰਹੇ ਆ। ਸਾਰੇ ਦੇਸ਼ ਹੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਦੁਨੀਆ ਦੇ ਜਿਹੜੇ ਕੁਝ ਪ੍ਰੋਗਰਾਮ ਆ ਉਹ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੇ ਆ। ਅਤੇ ਹੁਣ ਇਹ ਜੋ ਕੁਝ ਉੱਥੇ ਹੋਇਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਲਿਆ ਕੇ ਜਿਹੜਾ ਸਮਝਣ ਦਾ ਯਤਨ ਕੀਤਾ ਜਾ ਰਿਹਾ। ਅਤੇ ਭਾਵੇਂ ਕਿ ਬਹੁਤ ਸਾਰੇ ਲੋਕ ਇਹਨਾਂ ਦੇ ਆਉਣ ਦੇ ਹੱਕ ਵਿੱਚ ਆ, ਪਰ ਕਿਉਂਕਿ ਇੱਥੇ ਹਾਊਸਿੰਗ ਦਾ ਬਹੁਤ ਵੱਡਾ ਚੈਲੰਜ ਆ, ਜੇ ਇੱਥੇ ਰੋਜ਼ ਜਿਹੜੇ ਲੋਕ ਕਹਿ ਰਹੇ ਆ ਕਿ ਉਹ ਹੋਰ ਇੱਥੇ ਆਉਣਗੇ, ਜਿਹਨਾਂ ਨੂੰ ਕਿਤੇ ਹੋਰ ਭੇਜਿਆ ਜਾ ਸਕਦਾ, ਤਾਂ ਕੁਦਰਤੀ ਤੌਰ 'ਤੇ ਉਹਦਾ ਅਸਰ ਇੱਥੇ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਉੱਤੇ ਪਊਗਾ। ਬਹੁਤ ਸਾਰੇ ਜਿਹੜੇ ਹੈਗੇ ਆ ਕੰਮ ਕਰਨ ਵਾਲੇ, ਉਹ ਇੱਥੇ ਐਬਸਫੋਰਡ, ਚਿਲਾਵੈਕ, ਇਹਦੇ ਆਲੇ ਦੁਆਲੇ ਵੀ ਪਤਾ ਲੱਗਿਆ ਕਿ ਜਿਹੜੇ ਰੈਫਿਊਜੀਜ਼ ਆਏ ਉੱਥੇ ਰਹਿਣ ਦੀ ਗੱਲ ਕਰ ਰਹੇ ਆ। 5 ਮਿਲੀਅਨ ਯੂਕਰੇਨੀਅਨ ਯੂਕਰੇਨ ਛੱਡ ਕੇ ਬਾਹਰ ਗਏ ਆ। ਬਹੁਤ ਸਾਰੇ ਦੇਸ਼ਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਆ, ਕੈਨੇਡਾ ਉਹਨਾਂ ਦੇ ਵਿੱਚੋਂ ਇੱਕ ਆ। ਪਰ ਇੱਥੇ ਲੋਕਾਂ ਦਾ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇੱਕ ਰਲਿਆ ਮਿਲਿਆ ਪ੍ਰਤੀਕਰਮ ਸਾਹਮਣੇ ਆ ਰਿਹਾ। ਜਿੱਦਾਂ ਜਿੱਦਾਂ ਕੋਵਿਡ ਦੀਆਂ ਪਾਬੰਦੀਆਂ ਹਟ ਰਹੀਆਂ, ਵੱਖ-ਵੱਖ ਥਾਵਾਂ ਦੇ ਉੱਤੇ ਢਿੱਲਾਂ ਮਿਲ ਰਹੀਆਂ। ਊਬਰ ਨੇ ਅੱਜ ਐਲਾਨ ਕੀਤਾ ਕੈਨੇਡਾ ਦੇ ਵਿੱਚ ਕਿ ਜਿਹੜੇ ਪੈਸੰਜਰਸ ਨੇ ਅਤੇ ਡਰਾਈਵਰ ਨੇ, ਉਹਨਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ। ਤੁਸੀਂ ਕਿਤੇ ਊਬਰ ਰਾਈਡ ਲੈ ਕੇ ਜਾਂਦੇ ਹੋ ਤਾਂ ਊਬਰ ਦੇ ਪਹਿਲਾਂ ਐਪ ਦੇ ਉੱਤੇ ਲਿਖਿਆ ਹੁੰਦਾ ਕਿ ਕੀ ਤੁਸੀਂ ਮਾਸਕ ਪਾਇਆ। ਜੇ ਤੁਸੀਂ ਉਹਨੂੰ ਯੈਸ ਕਰਦੇ ਹੋ ਤਾਂ ਤੁਸੀਂ ਅੱਗੇ ਜਾ ਸਕਦੇ ਹੋ, ਅਤੇ ਫਿਰ ਉਹ ਤੁਸੀਂ ਊਬਰ ਨੂੰ ਬੁੱਕ ਕਰ ਸਕਦੇ ਹੋ। ਭਾਵ ਊਬਰ ਦੇ ਉੱਤੇ ਜਾਣ ਦੇ ਲਈ ਤੁਹਾਨੂੰ ਮਾਸਕ ਪਾਉਣਾ ਬਹੁਤ ਜ਼ਰੂਰੀ ਸੀ। ਪਰ ਹੁਣ ਉਹਨਾਂ ਨੇ ਅੱਜ ਸ਼ੁੱਕਰਵਾਰ ਦੇ ਦਿਨ ਐਲਾਨ ਕਰ ਦਿੱਤਾ ਕਿ ਜਿਹੜਾ ਮਾਸਕ ਮੈਂਡੇਟ ਆ ਉਹਨੂੰ ਚੱਕ ਦਿੱਤਾ। ਲਗਭਗ ਸਾਰੇ ਪ੍ਰੋਵਿੰਸਿਸ ਦੇ ਵਿੱਚ ਹੀ ਕਸਟਮਰਸ ਅਤੇ ਡਰਾਈਵਰਸ ਦੇ ਲਈ ਕੁਬੈਕ ਦੇ ਵਿੱਚ ਇਹ ਹਜੇ ਹੈਗਾ ਆ, ਅਤੇ ਬਾਕੀ ਥਾਵਾਂ ਦੇ ਉੱਤੇ ਇਹ ਜਿਹੜਾ ਚੱਕ ਦਿੱਤਾ ਗਿਆ। ਹੈਲਥ ਕੈਨੇਡਾ ਦੀ ਐਡਵਾਈਸ ਦੇ ਹਿਸਾਬ ਨਾਲ ਉਹ ਕਹਿੰਦੇ ਅਸੀਂ ਰੈਕਮੈਂਡ ਕਰਦੇ ਹਾਂ, ਸਟਰੋਂਗਲੀ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਪਾਓ ਮਾਸਕ ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਪਰ ਕਾਨੂੰਨ ਇਹ ਕੋਈ ਨਹੀਂ ਆ। ਡਰਾਈਵਰ ਜਿਹੜੇ ਪੂਰੇ ਦੇਸ਼ ਦੇ ਵਿੱਚ ਹੈਗੇ ਆ, ਉਹਨਾਂ ਕੋਲ ਆਪਸ਼ਨ ਆ ਕਿ ਉਹ ਉਹਨਾਂ ਨੂੰ ਫੇਸ ਕਵਰਿੰਗ ਦੇ ਲਈ ਜਿਹੜੇ ਡਰਾਈਵਰ ਆ ਪੈਸੰਜਰ ਨੂੰ ਕਹਿ ਸਕਦੇ ਆ, ਅਤੇ ਉਹਨਾਂ ਕੋਲ ਟ੍ਰਿਪ ਰਿਵੋਕ ਕਰਨ ਦੀ ਪਾਵਰ ਵੀ ਹੈ ਜੇਕਰ ਰਾਈਡਰ ਉਹਨੂੰ ਨਹੀਂ ਮੰਨਦਾ ਉਹਨਾਂ ਦੇ ਕਹਿਣ ਨੂੰ, ਭਾਵ ਮਾਸਕ ਨਹੀਂ ਪਾਉਂਦਾ। ਅਤੇ ਹੁਣ ਜਿਹੜੀ ਕੰਪਨੀ ਆ ਉਹ ਕਸਟਮਰਸ ਨੂੰ ਕਹਿ ਰਹੀ ਆ ਕਿ ਜੇ ਡਰਾਈਵਰ ਤੁਹਾਨੂੰ ਰਿਕੁਐਸਟ ਕਰਦਾ ਹੈ ਤਾਂ ਤੁਸੀਂ ਮਾਸਕ ਪਾ ਲਓ, ਭਾਵੇਂ ਕਿ ਕਾਨੂੰਨ ਤੌਰ ਦੇ ਉੱਤੇ ਤੁਹਾਨੂੰ ਇਹਦੀ ਲੋੜ ਨਹੀਂ ਪਈ। ਇਸੇ ਤਰ੍ਹਾਂ ਹੀ ਤੁਹਾਨੂੰ ਜਿਹੜਾ ਹੁਣ, ਕਿਉਂਕਿ ਪਹਿਲਾਂ ਊਬਰ ਦੇ ਵਿੱਚ ਜਦੋਂ ਵੀ ਤੁਸੀਂ ਰਾਈਡ ਲੈਂਦੇ ਸੀ ਤਾਂ ਪਿਛਲੀ ਸੀਟ ਦੇ ਉੱਤੇ ਬੈਠਣਾ ਪੈਂਦਾ ਸੀ, ਹੁਣ ਤੁਹਾਡੇ ਕੋਲ ਆਪਸ਼ਨ ਆ ਕਿ ਤੁਸੀਂ ਪਿਛਲੀ ਸੀਟ ਦੇ ਥਾਂ ਅਗਲੀ ਸੀਟ ਦੇ ਉੱਤੇ ਵੀ ਬਹਿ ਸਕਦੇ ਆ। ਅਤੇ ਇਹ ਡਿਪੈਂਡ ਕਰਦਾ ਕਿ ਤੁਹਾਡਾ ਗਰੁੱਪ ਦਾ ਸਾਈਜ਼ ਕੀ ਆ। ਭਾਵ ਉਹ ਜਿਹੜੀਆਂ ਪਾਬੰਦੀਆਂ ਸੀ ਹੌਲੀ ਹੌਲੀ ਹਟ ਰਹੀਆਂ ਆ।
ਪਿਛਲੇ ਮਹੀਨੇ ਹੀ ਜਿਹੜੀ ਊਬਰ ਕੈਨੇਡਾ ਸੀ ਇਹਨਾਂ ਨੇ ਦੱਸਿਆ ਸੀ ਕਿ ਜਿਹੜਾ ਇਹਨਾਂ ਨੂੰ ਅਸੀਂ ਇਹਦੇ ਬਾਰੇ ਇਹ ਮੈਂਡੇਟਸ ਚੱਕਣ ਬਾਰੇ ਸੋਚ ਰਹੇ ਹਾਂ, ਪਰ ਇਹ ਕਿਹਾ ਸੀ ਕਿ ਅਸੀਂ ਇੱਕਦਮ ਨਹੀਂ ਇਹ ਚੱਕ ਰਹੇ। ਇਹਦੇ ਨਾਲ ਹੀ ਕੁਝ ਹੋਰ ਰਾਈਡ ਸ਼ੇਅਰਿੰਗ ਕੰਪਨੀਜ਼ ਹੈਗੀਆਂ, ਜਿਵੇਂ ਦੂਜੀਆਂ ਕੰਪਨੀਜ਼ ਹੈਗੀਆਂ ਆ, ਜਿਵੇਂ ਲਿਫਟ ਆ, ਬੈਕ ਟੈਕਸੀ ਆ, ਉਹਨਾਂ ਦੇ ਵਿੱਚ ਇਹ ਮੈਂਡੇਟ ਹਜੇ ਉਸੇ ਤਰ੍ਹਾਂ ਆ। ਲਿਫਟ ਜਿਹੜਾ ਕਿ ਊਬਰ ਦੀ ਕੰਪੀਟੀਟਰ ਆ, ਉਹ ਕਹਿੰਦੇ ਅਸੀਂ ਡਰਾਈਵਰਸ ਨੂੰ ਤੇ ਪੈਸੰਜਰ ਨੂੰ ਕੈਨੇਡਾ ਦੇ ਵਿੱਚ ਮਾਸਕ ਪਾਉਣ ਦੇ ਲਈ ਕਹਿ ਰਹੇ ਹਾਂ। ਇਹ ਮਾਸਕ ਪਾ ਕੇ ਰੱਖਣਗੇ ਜਿੰਨਾ ਚਿਰ ਹਜੇ ਤੱਕ ਅੱਗੇ ਨੋਟਿਸ ਨਹੀਂ ਆਉਂਦਾ, ਭਾਵੇਂ ਕਿ ਊਬਰ ਨੇ ਇਹ ਮੈਂਡੇਟ ਹਟਾ ਦਿੱਤਾ ਹੈ, ਮਾਸਕ ਦੀ ਲੋੜ ਨਹੀਂ, ਪਰ ਲਿਫਟ ਤੇ ਦੂਜੀਆਂ ਕੰਪਨੀਆਂ ਦੇ ਵਿੱਚ ਇਹ ਅਜੇ ਵੀ ਜ਼ਰੂਰੀ ਆ। ਪਰ ਨਾਲ ਕਿਹਾ ਇਹ ਜ਼ਰੂਰ ਜਾ ਰਿਹਾ ਕਿ ਤੁਹਾਨੂੰ ਮਾਸਕ ਪਾ ਲੈਣਾ ਚਾਹੀਦਾ ਜੇਕਰ ਡਰਾਈਵਰ ਕਹਿੰਦਾ ਹੈ ਤਾਂ। ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਵੈਨਕੂਵਰ ਦੇ ਇੱਕ ਇਲਾਕੇ ਦੇ ਵਿੱਚ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਚਿੱਠੀਆਂ ਵੰਡਣੀਆਂ ਕੈਨੇਡਾ ਪੋਸਟ ਨੇ ਬੰਦ ਕੀਤੀਆਂ ਆ ਤੇ ਅਜੇ ਤੱਕ ਉਹ ਚਾਲੂ ਨਹੀਂ ਕੀਤੀਆਂ ਗਈਆਂ। ਹੁਣ ਖਬਰ ਇਹ ਆ ਰਹੀ ਆ ਕਿ ਮੰਗਲਵਾਰ ਨੂੰ ਉਹ ਲੋਕ ਇੱਥੇ ਇੱਕ ਪ੍ਰੋਟੈਸਟ ਕਰ ਰਹੇ ਆ, ਇੱਕ ਪਲਾਨ ਕਰ ਰਹੇ ਆ ਕਿ ਮੰਗਲਵਾਰ ਨੂੰ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਕੀਤਾ ਜਾਵੇ। ਬਾਅਦ ਦੁਪਹਿਰ ਨੂੰ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਇੱਕ ਗਰੁੱਪ ਜਿਹੜੇ ਕਿ ਉਹ ਗਰੁੱਪ ਇਕੱਠਾ ਹੋਇਆ ਤੇ ਉਹਨਾਂ ਨੇ ਕੈਨੇਡੀਅਨ ਯੂਨੀਅਨਸ ਆਫ ਪੋਸਟਲ ਵਰਕਰਸ ਨੂੰ ਇੱਕ ਚਿੱਠੀ ਲਿਖੀ ਆ ਕਿ ਜੋ ਕੁਝ ਤੁਸੀਂ ਇੱਥੇ ਇਹ ਚਿੱਠੀਆਂ ਵੰਡਣੀਆਂ ਬੰਦ ਕੀਤੀਆਂ ਕੈਰਲ ਤੇ ਹੇਸਟਿੰਗ ਸਟਰੀਟ ਦੇ ਵਿਚਕਾਰ, ਇਹ ਬਰਦਾਸ਼ਤ ਨਹੀਂ ਹੈ, ਕਿਉਂਕਿ ਬਹੁਤ ਸਾਰੇ ਉੱਥੇ ਰਹਿਣ ਵਾਲੇ ਲੋਕ ਵੈਲਫੇਅਰ ਚੈੱਕ ਦੇ ਉੱਤੇ ਨਿਰਭਰ ਕਰਦੇ ਆ ਤੇ ਹੈਲਥ ਤੇ ਸੇਫਟੀ ਦਾ ਇਸ਼ੂ ਲਾ ਕੇ ਇਹਨਾਂ ਨੇ ਉੱਥੇ 23 ਮਾਰਚ ਤੋਂ ਬਾਅਦ ਡਾਕ ਨਹੀਂ ਵੰਡੀ ਤੇ ਹੁਣ ਇਹ ਪ੍ਰੋਟੈਸਟ ਲੱਗਦਾ ਹੈ ਕਿ ਬਹੁਤ ਵੱਡਾ ਪ੍ਰੋਟੈਸਟ ਹੋਊਗਾ। ਦੁਨੀਆ ਦਾ ਧਿਆਨ ਉੱਧਰਲੇ ਪਾਸੇ ਨੂੰ ਖਿੱਚਿਆ ਜਾਊਗਾ ਕਿ ਦੁਨੀਆ ਦਾ ਇੱਕ ਕੈਨੇਡਾ ਦਾ ਸਭ ਤੋਂ ਸੋਹਣਾ ਪ੍ਰੋਵਿੰਸ ਤੇ ਉਹਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਵੈਨਕੂਵਰ, ਉਹਦੇ ਵਿੱਚ ਕਿਹੜੀ ਇਹੋ ਜਿਹੀ ਕਾਨੂੰਨ ਦੀ ਤੇ ਸੁਰੱਖਿਆ ਦੀ ਸਮੱਸਿਆ ਆ ਗਈ ਕਿ ਜਿੱਥੇ ਚਿੱਠੀਆਂ ਵੰਡਣ ਵਾਲੇ ਚਿੱਠੀਆਂ ਵੰਡਣ ਜਾਣ ਤੋਂ ਡਰਦੇ ਆ। ਇਹ ਪ੍ਰੋਟੈਸਟ ਕਰਕੇ ਦੁਨੀਆ ਦਾ ਧਿਆਨ ਆਪਣੇ ਵੱਲ ਨੂੰ ਖਿੱਚਣਾ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਦੱਸ ਸਕਣ। ਜਿਹੜੇ ਲੋਕ ਵੀ ਉੱਥੇ ਨੇੜੇ ਤੇੜੇ ਰਹਿੰਦੇ ਆ ਉਹ ਕਹਿੰਦੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ ਘਰਾਂ ਦੇ ਵਿੱਚ ਨਹੀਂ ਰਹਿੰਦੇ, ਜਿਹੜੇ ਡਰੱਗ ਯੂਜ਼ਰਸ ਨੇ ਜਾਂ ਜਿਹੜੇ ਦੂਜੇ ਨੇ, ਉਹ ਕਿਉਂ ਇਸ ਗੱਲ ਦੇ ਨਾਲ ਜਿਹੜਾ ਸਮਝੌਤਾ ਕੀਤਾ ਜਾਵੇ। ਤੇ ਉਹ ਇਹ ਵੀ ਆ, ਉਹ ਕਹਿੰਦੇ ਵੀ ਅਸੀਂ ਉੱਥੇ ਇਹਦਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਵੀ ਜੇ ਉਹ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤਾਂ ਉਹਨਾਂ ਦਾ ਕੁਛ ਨਾ ਕੁਛ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਕਿ ਜਿਹੜਾ ਤਾਂ ਕਿ ਉਹ ਉੱਥੇ ਜਾ ਸਕਣ। ਸਾਨੂੰ ਉਹ ਕਹਿੰਦੇ ਘੱਟੋ ਘੱਟ ਇਸ ਚੀਜ਼ ਬਾਰੇ ਕਲਪਨਾ ਕਰਨੀ ਚਾਹੀਦੀ ਆ ਵੀ ਉਹ ਲੋਕ ਇਸ ਚੀਜ਼ ਤੋਂ ਕਿੰਨੇ ਤੰਗ ਨੇ ਕਿ ਇੱਕਦਮ ਤੁਸੀਂ ਸਾਰੇ ਇਲਾਕੇ ਨੂੰ ਵਾਕਰੀਆਂ ਤੋਂ ਆਈਸੋਲੇਟ ਕਰ ਦਿੰਦੇ ਆ ਤੇ ਉਹਨਾਂ ਤੱਕ ਜਿਹੜੀਆਂ ਜ਼ਰੂਰੀ ਸੇਵਾਵਾਂ ਆ ਉਹ ਵੀ ਨਹੀਂ ਪਹੁੰਚਦੀਆਂ। ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ 333 ਜਿਹੜੀ ਵੁੱਡਲੈਂਡ ਡਰਾਈਵ ਆ ਉੱਥੋਂ ਜਾ ਕੇ ਤੁਸੀਂ 2 ਕਿਲੋਮੀਟਰ ਜਿਹੜੀ ਉੱਥੋਂ ਦੂਰ ਆ ਉੱਥੋਂ ਜਾ ਕੇ ਆਪਣੀਆਂ ਚਿੱਠੀਆਂ ਲੈ ਸਕਦੇ ਹੋ। ਸੋ ਮੰਗਲਵਾਰ ਨੂੰ 2:30 ਵਜੇ ਕੈਰਲ ਤੇ ਹੇਸਟਿੰਗ ਸਟਰੀਟ ਦੇ ਉੱਤੇ ਇਹ ਪ੍ਰਦਰਸ਼ਨ ਹੋ ਰਿਹਾ ਹੈ ਤੇ ਲੱਗ ਰਿਹਾ ਹੈ ਕਿ ਪ੍ਰਦਰਸ਼ਨ ਬਹੁਤ ਵੱਡੇ ਪੱਧਰ ਤੇ ਹੋਊਗਾ ਤੇ ਦੁਨੀਆ ਦਾ ਧਿਆਨ ਇੱਕ ਵਾਰੀ ਵੈਨਕੂਵਰ ਦੇ ਇਸ ਸਮੱਸਿਆ ਵਾਲੇ ਇਲਾਕੇ ਵੱਲ ਜ਼ਰੂਰ ਜਾਊਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਨਹੀਂ, ਪੂਰੇ ਕੈਨੇਡਾ ਦੇ ਵਿੱਚ ਡਾਕਟਰਸ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਹੈ। ਡਾਕਟਰ ਦੀ ਸਮੱਸਿਆ ਇਹ ਆ ਕਿ ਕੈਨੇਡਾ ਦੇ ਵਿੱਚ ਡਾਕਟਰ ਹੈ ਹੀ ਨਹੀਂ, ਜਿੰਨੇ ਡਾਕਟਰ ਲੋਕਾਂ ਨੂੰ ਚਾਹੀਦੇ ਆ ਉਹਨੇ ਨਹੀਂ ਹੈਗੇ ਤੇ ਇਹ ਸਮੱਸਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਦੇ ਤੋਂ ਵੀ ਜ਼ਿਆਦਾ ਗੰਭੀਰ ਆ। ਲੋਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ। ਬਹੁਤ ਸਾਰੇ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦੇ ਬਾਕੀ ਪ੍ਰੋਵਿੰਸਿਸ ਤੋਂ ਵੀ ਮੂਵ ਕਰ ਰਹੇ ਆ। ਬਾਹਰਲੇ ਦੇਸ਼ਾਂ ਤੋਂ ਵੀ ਜਿਹੜੀ ਮਾਈਗ੍ਰੇਸ਼ਨ ਹੁੰਦੀ ਆ ਉਹ ਵੀ ਬਹੁਤ ਸਾਰੇ ਲੋਕ BC ਦੇ ਵਿੱਚ ਰਹਿਣਾ ਚਾਹੁੰਦੇ ਆ। ਇੱਥੇ ਇਹ ਸਮੱਸਿਆ ਬਹੁਤ ਵੱਡੀ ਬਣਦੀ ਜਾ ਰਹੀ ਆ। ਹੁਣ ਜਿਹੜੇ ਜਿੰਨੇ ਇਸ ਵੇਲੇ BC ਦੇ ਵਿੱਚ ਡਾਕਟਰ ਫੈਮਿਲੀ ਡਾਕਟਰ ਹੈਗੇ ਆ, ਅਗਲੇ 10 ਸਾਲਾਂ ਦੇ ਵਿੱਚ ਇਹਨਾਂ ਤੋਂ 40% ਜਿਹੜੇ ਆ ਉਹ ਰਿਟਾਇਰ ਹੋ ਜਾਣੇ ਆ ਤੇ ਇਹ ਗੈਪ ਨਹੀਂ ਭਰਿਆ ਜਾਣਾ। ਮਾਮਲਾ ਇਹ ਆ ਰਿਹਾ ਕਿ ਇੱਕ ਤਾਂ ਇੱਥੇ ਵੇਟਿੰਗ ਟਾਈਮ ਬਹੁਤ ਆ। ਜੇ ਕਿਸੇ ਕੋਲ ਫੈਮਿਲੀ ਡਾਕਟਰ ਹੈਗਾ ਵੀ ਆ ਤਾਂ ਉਹਨੂੰ ਵੀ ਉੱਥੇ ਜਾ ਕੇ ਬਹੁਤ ਵੇਟ ਕਰਨੀ ਪੈ ਰਹੀ ਹੈ ਤੇ ਦੂਜਿਆਂ ਨੂੰ ਫੈਮਿਲੀ ਡਾਕਟਰ ਲੱਭ ਹੀ ਨਹੀਂ ਰਿਹਾ। ਕਿੰਨੇ ਜਿਹੜੇ ਮਿਲੀਅਨਸ ਇੱਥੇ ਲੋਕ ਹੈਗੇ ਆ ਉਹ ਫੈਮਿਲੀ ਡਾਕਟਰਸ ਤੋਂ ਬਿਨਾਂ ਨੇ। ਇਹ ਕਿਉਂਕਿ ਜਿਹੜੇ ਫੈਮਿਲੀ ਫਿਜ਼ੀਸ਼ੀਅਨਸ ਨੇ ਇੱਥੇ ਉਹਨਾਂ ਦੀ ਕਮੀ ਆ। ਡਾਕਟਰ ਉਹਨੇ ਮੈਡੀਕਲ ਸਕੂਲ ਉਹਨੇ ਨਹੀਂ ਆ ਕੈਨੇਡਾ ਦੇ ਵਿੱਚ, ਡਾਕਟਰ ਉੱਥੋਂ ਬਣ ਨਹੀਂ ਰਹੇ ਤੇ ਜਿਹੜੇ ਬਾਹਰੋਂ ਆ ਰਹੇ ਆ ਇੱਥੇ ਡਾਕਟਰ ਉਹਨਾਂ ਨੂੰ ਮਾਨਤਾ ਨਹੀਂ ਮਿਲ ਰਹੀ। ਜਿੰਨਾ ਚਿਰ ਬਾਹਰਲਿਆਂ ਨੂੰ ਮਾਨਤਾ ਮਿਲਣ ਦੇ ਲਈ ਕੋਈ ਸੌਖਾ ਤਰੀਕਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਸ ਹੈਲਥ ਕੇਅਰ ਸਿਸਟਮ ਦੀ ਜਿਹੜੀ ਇਹ ਸਮੱਸਿਆ ਆ ਇਹਨੂੰ ਹੱਲ ਨਹੀਂ ਕੀਤਾ ਜਾ ਸਕਦਾ। 2019 ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 18% ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਇੱਕ ਬਹੁਤ ਵੱਡਾ ਅੰਕੜਾ ਆ ਕਿ 18% ਕੋਲੇ ਫੈਮਿਲੀ ਡਾਕਟਰ ਹੀ ਹੈ ਨਹੀਂ। ਜਿਹੜੀ 5 ਮਿਲੀਅਨ ਜੇ ਪਾਪੂਲੇਸ਼ਨ ਆ ਇੱਥੇ ਦੀ ਤਾਂ ਉਹਦੇ ਵਿੱਚੋਂ ਤੁਸੀਂ ਦੇਖ ਲਓ ਵੀ ਕਿੰਨੇ ਲੋਕ ਜਿਹੜੇ ਬਿਨਾਂ ਫੈਮਿਲੀ ਡਾਕਟਰ ਤੋਂ ਹੀ ਰਹਿ ਰਹੇ ਆ। ਜਿਹੜੇ ਕਾਲਜ ਆਫ ਫਿਜ਼ੀਸ਼ੀਅਨ ਤੇ ਸਰਜਨਸ ਆਫ ਬ੍ਰਿਟਿਸ਼ ਕੋਲੰਬੀਆ ਆ ਉਹਨਾਂ ਦੀ ਰਿਪੋਰਟ ਦੱਸਦੀ ਆ
ਕਿ 38% ਜਿਹੜੇ ਫੈਮਿਲੀ ਫਿਜ਼ੀਸ਼ੀਅਨ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ 55 ਸਾਲ ਤੋਂ ਵੱਧ ਆ। ਮਤਲਬ ਕੀ ਆ, 2/3 ਜਿਹੜੇ ਉਹ 60 ਤੋਂ ਉੱਪਰ ਆ। ਐਵਰੇਜ ਫਿਜ਼ੀਸ਼ੀਅਨ ਦੀ ਰਿਟਾਇਰਿੰਗ ਜਿਹੜੀ ਏਜ ਆ ਉਹ 65 ਸਾਲ ਆ। ਤੇ ਅੱਗੇ ਜਿਹੜੇ 1200 ਇਹ ਡਾਕਟਰ ਆ, ਇਹਨਾਂ ਨੇ 10 ਸਾਲਾਂ ਦੇ ਵਿੱਚ ਰਿਟਾਇਰ ਹੋ ਜਾਣਾ। ਤੇ ਅੰਦਾਜ਼ਾ ਲਾ ਕੇ ਦੇਖੋ ਵੀ ਇੱਕ ਡਾਕਟਰ ਕੋਲ ਘੱਟੋ ਘੱਟ 1000 ਪੇਸ਼ੈਂਟ ਹੁੰਦਾ ਆ, ਤੇ ਜੇ 1200 ਰਿਟਾਇਰ ਹੋ ਗਿਆ ਤੇ 1000 ਪੇਸ਼ੈਂਟ ਇੱਕ ਕੋਲ, ਤੇ ਇਹ 12 ਲੱਖ ਬਣ ਜਾਂਦਾ। 1.2 ਮਿਲੀਅਨ ਲੋਕਾਂ ਕੋਲੇ ਆਉਣ ਵਾਲੇ ਸਾਲਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ ਨਹੀਂ ਹੋਣਾ। ਇਹ ਇੱਕ ਬਹੁਤ ਡਰਾਵਣੀ ਤਸਵੀਰ ਆ ਜਿਹੜੀ ਸਾਡੇ ਸਾਹਮਣੇ ਆ ਰਹੀ। ਉਹਦੇ ਪਾਸੇ ਜਿਹੜੀ ਉਸ ਗੈਪ ਨੂੰ ਫਿਲ ਕਰਨ ਦੇ ਲਈ ਡਾਕਟਰ ਕਿਸੇ ਪਾਸਿਓਂ ਵੀ ਆਉਂਦੇ ਨਜ਼ਰ ਨਹੀਂ ਆ ਰਿਹਾ। ਦੂਜੀ ਸਮੱਸਿਆ ਇਹ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਵੇਟ ਟਾਈਮ ਆ ਵਾਕ ਇਨ ਕਲੀਨਿਕ ਦੇ ਵਿੱਚ ਉਹ ਵਰਸਟ ਆ। ਸਭ ਤੋਂ ਮਾੜਾ ਇੱਥੇ ਹੈਗਾ ਕਿ ਮੀਡੀਆ ਮੈਪ BC ਬੇਸਡ ਆਨਲਾਈਨ ਸਰਵਿਸ ਆ ਜਿਹੜੀ ਇਹਨੂੰ ਸਾਰੇ ਕੁਝ ਨੂੰ ਦੇਖਦੀ ਆ। ਉਹਨਾਂ ਨੇ ਦੱਸਿਆ ਕਿ ਤੁਹਾਨੂੰ ਹੋਰ ਜ਼ਿਆਦਾ ਉਡੀਕ ਕਰਨੀ ਪੈ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ। ਔਰ ਇਹ ਬ੍ਰਿਟਿਸ਼ ਕੋਲੰਬੀਆ ਦੀ ਇੱਕ ਇਹ ਵੀ ਖਾਸ ਗੱਲ ਦੱਸੀ ਜਾ ਰਹੀ ਆ ਕਿ ਜਿਸ ਤਰੀਕੇ ਦੇ ਨਾਲ ਬਾਕੀ ਕੈਨੇਡਾ ਬਿਹੇਵ ਕਰਦਾ, ਇਹਦੇ ਵਿੱਚ ਬਿਹੇਵੀਅਰ ਉਲਟਾ ਦੇਖਣ ਨੂੰ ਮਿਲਦਾ ਕਿ ਜਦੋਂ ਜਿਹੜਾ ਪਿਛਲੇ ਸਮੇਂ ਤੋਂ 35% ਵੇਟ ਟਾਈਮ ਇਸ ਪ੍ਰੋਵਿੰਸ ਦੇ ਵਿੱਚ ਵਧਿਆ ਆ। ਇਹ ਆਸ ਹੀ ਨਹੀਂ ਸੀ ਕਿਸ ਨੂੰ ਵੀ ਇਹ ਵਧੂਗਾ। ਜਿਹੜੀ ਐਂਟੀਸਪੇਸ਼ਨ ਸੀ ਵੀ ਕਿ ਪੈਂਡੈਮਿਕ ਤੋਂ ਬਾਅਦ ਵੇਟ ਟਾਈਮ ਘਟਣਗੇ ਲੋਕ, ਜਿਹੜਾ ਕਿਉਂਕਿ ਉਹ ਪਾਬੰਦੀਆਂ ਹਟ ਜਾਣਗੀਆਂ, ਡਿਸਟੈਂਸ ਹਟ ਜਾਊਗਾ, ਸਾਰਾ ਕੁਝ, ਤੇ ਉਹ ਜਿਹੜਾ ਵੇਟ ਟਾਈਮ ਆ ਉਹ ਘਟ ਜਾਊਗਾ। ਬਾਕੀ ਕੈਨੇਡਾ ਦੇ ਵਿੱਚ ਵੇਟ ਟਾਈਮ ਘਟਿਆ ਵੀ, ਜਿਹੜਾ ਐਵਰੇਜ ਵੇਟ ਟਾਈਮ ਆ 20% ਘਟ ਗਿਆ। ਪਰ ਇਹਦੇ ਉਲਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੇਟ ਟਾਈਮ ਵੱਧ ਗਿਆ। ਇਹ ਹੁਣ ਜਿੱਥੇ ਮੀਡੀਆ ਮੈਪਸ ਓਪਰੇਟ ਕਰਦੀ ਆ, ਅਲਬਰਟਾ, ਮੈਨੀਟੋਬਾ, ontario, ਉਹਨਾਂ ਥਾਵਾਂ ਦੇ ਉੱਤੇ ਕਹਿੰਦੇ ਪੈਂਡੈਮਿਕ ਤੋਂ ਵਿੱਚ ਇਹ ਵੇਟ ਟਾਈਮ ਘਟਿਆ ਆ, ਪਰ BC ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੇਰੀ ਕਰ ਰਿਹਾ। ਤੇ ਇਹ ਵੀ ਦੱਸਿਆ ਜਾ ਰਿਹਾ ਕਿ 161 ਮਿੰਟ ਐਵਰੇਜ ਇੰਨਾ ਚਿਰ ਬੈਠਣਾ ਪੈ ਰਿਹਾ। ਫੈਮਿਲੀ ਡਾਕਟਰ ਮਿਲ ਨਹੀਂ ਲਿਆ। 8.5 ਲੱਖ ਬੰਦੇ ਕੋਲ 5 ਮਿਲੀਅਨ ਦੇ ਵਿੱਚੋਂ ਇੱਥੇ ਮਤਲਬ 50 ਲੱਖ ਬੰਦਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦਾ ਆ, ਲੋਕ ਰਹਿੰਦੇ ਆ, ਤੇ ਉਹਨਾਂ ਦੇ ਵਿੱਚੋਂ 8.5 ਲੱਖ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਤੇ ਉਹ ਫਿਰ ਜਾਂ ਸਿੱਧੇ ਜਿਹੜੇ ਵਾਕਿੰਗ ਮੈਡੀਕਲ ਕਲੀਨਿਕਸ ਆ ਉਹਨਾਂ ਕੋਲ ਜਾ ਰਹੇ ਆ, ਤੇ ਉਹਨਾਂ ਨੂੰ ਬਹੁਤ ਵੱਡੀ ਇਹਦੀ ਲੋੜ ਆ। ਇੱਕ ਬਹੁਤ ਵੱਡੀ ਸਮੱਸਿਆ ਇਸ ਮਾਮਲੇ ਦੇ ਵਿੱਚ ਪੈਦਾ ਹੋ ਰਹੀ ਹੈ। ਜਦੋਂ ਥੋੜ੍ਹਾ ਜਿਹਾ ਦੂਜੇ ਪਾਸੇ ਚਲੇ ਜਾਂਦੇ, ਚਿਲਾਬੈਕ, ਸਰੀ, ਡੈਲਟਾ, ਕਿਟਰਮ ਜਾਂ ਐਬਸਫੋਰਡਸ, ਉੱਥੇ ਕੁਛ ਥਾਵਾਂ ਦੇ ਉੱਤੇ ਲੋਅਰ ਹੈਗਾ, ਘੱਟ ਹੈਗਾ ਵੇਟ ਟਾਈਮ, 15-20 ਮਿੰਟ ਹੀ ਹੈਗਾ। ਪਰ ਬਹੁਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਆ। ਜਿਹੜੇ ਪ੍ਰਾਇਮਰੀ ਕੇਅਰ ਸੈਂਟਰਸ ਨੇ ਉਹ ਵੀ ਇਸ ਵੇਲੇ ਹੈਗੇ ਆ, ਪਰ ਉਹ ਪੂਰੇ BC ਦੇ ਵਿੱਚ ਇਹ 28 ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰਸ ਹੈਗੇ ਆ। ਲੋਕ ਮੰਗ ਕਰ ਰਹੇ ਆ ਕਿ ਸਾਨੂੰ ਹੋਰ ਜ਼ਿਆਦਾ ਡਾਕਟਰਸ ਦਿੱਤੇ ਜਾਣ ਤਾਂ ਕਿ ਲੋਕ ਆਪਣਾ ਇਲਾਜ ਵਧੀਆ ਤਰੀਕੇ ਦੇ ਨਾਲ ਕਰਵਾ ਸਕਣ। ਜਿੱਦਾਂ ਜਿੱਦਾਂ ਮਨੁੱਖ ਨੇ ਤਰੱਕੀ ਕੀਤੀ ਹੈ, ਉਹ ਚੀਜ਼ਾਂ ਨੂੰ ਆਪਣੇ ਹਿਸਾਬ ਦੇ ਨਾਲ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਵਿੱਚੋਂ ਇੱਕ ਸਮੱਸਿਆ ਆ ਰਹੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੇ ਕੁੱਤੇ ਨੇ ਉਹ ਭੌਂਕਦੇ ਨੇ, ਭੌਂਕਣ ਦੇ ਨਾਲ ਦੂਜਿਆਂ ਨੂੰ ਸਮੱਸਿਆ ਹੁੰਦੀ ਆ। ਤੇ ਇਹਦਾ ਹੱਲ ਇਹ ਕੀਤਾ ਜਾਂਦਾ ਕਿ ਇਹਨਾਂ ਕੁੱਤਿਆਂ ਦੇ ਗਲ ਦੇ ਵਿੱਚ ਜਿਹੜੀਆਂ ਵੋਕਲ ਕਾਰਡਸ ਨੇ, ਜਿੱਥੋਂ ਇਹ ਆਵਾਜ਼ ਪੈਦਾ ਕਰਦੇ, ਉਹਨੂੰ ਹਟਾ ਦਿਓ। ਦੋ ਤਰੀਕੇ ਆ ਇਹਨਾਂ ਡੌਗਸ ਨੂੰ ਟ੍ਰੇਨ ਕਰਨ ਦੇ। ਜਾਂ ਤਾਂ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ, ਬਕਾਇਦਾ ਜਿਹੜੇ ਡਾਕਟਰ ਨੇ ਜਾਂ ਜਿਹੜੇ ਇਹਦੇ ਸਾਇੰਟਿਸਟ ਨੇ, ਇਹਦੇ ਮਾਹਰ ਨੇ, ਉਹ ਇਹਨਾਂ ਨੂੰ ਇੱਕ ਤਰੀਕੇ ਦੱਸਦੇ ਆ, ਤੇ ਫਿਰ ਲੋਕ ਅੱਗੇ ਜਿਹੜੇ ਇਹਦੇ ਐਕਸਪਰਟ ਨੇ ਉਹ ਟ੍ਰੇਨਿੰਗ ਦਿੰਦੇ ਆ, ਤੇ ਉਹਨੂੰ ਡੌਗ ਨੂੰ ਟ੍ਰੇਨ ਕਰ ਦਿੱਤਾ ਜਾਂਦਾ ਕਿ ਤੂੰ ਇਸ ਤਰ੍ਹਾਂ ਭੌਂਕਣਾ, ਇਸ ਤਰ੍ਹਾਂ ਨਹੀਂ ਭੌਂਕਣਾ। ਪਰ ਇਹ ਬਹੁਤਾ ਔਖਾ ਕੰਮ ਆ। ਦੂਜਾ ਤਰੀਕਾ ਬੜਾ ਸੌਖਾ ਆ ਕਿ ਉਹਦੇ ਜਿਹੜੇ ਵੋਕਲ ਕਾਰਡਸ ਨੇ ਉਹਨੂੰ ਰਿਮੂਵ ਕਰ ਦਿੱਤਾ ਜਾਵੇ। ਹੁਣ ਇਹਦੇ ਸੰਬੰਧੀ ਇੱਕ ਰੌਲਾ ਰੱਪਾ ਪੈ ਰਿਹਾ ਕਿ ਇਹ ਬੰਦ ਹੋਣਾ ਚਾਹੀਦਾ। ਇਹਨੂੰ ਜਿਹੜੀ ਡੀਬਾਰਕਿੰਗ ਕਹਿੰਦੇ ਆ, ਕਿ ਇਹਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਨ ਲਾ ਦੇਣਾ ਚਾਹੀਦਾ। ਇਹ ਇੰਨਾ ਜਿਹੜਾ ਕੁਦਰਤ ਦੇ ਨਾਲ ਸਿੱਧੀ ਛੇੜਛਾੜ ਕਰਨ ਵਾਲੀ ਚੀਜ਼ ਆ, ਇਹਨੂੰ ਬੰਦ ਕਰ ਦੇਣਾ ਚਾਹੀਦਾ। ਸਰਜਰੀ ਕਰ ਦਿੱਤੀ ਜਾਂਦੀ ਹੈ ਡੌਗਸ ਦੇ ਵੋਕਲ ਕਾਰਡਸ ਦੀ, ਉਹਨਾਂ ਨੂੰ ਜਾਂ ਤਾਂ ਕੱਟ ਦਿੱਤਾ ਜਾਂਦਾ ਜਾਂ ਪਾਰਸ਼ਲੀ ਰਿਮੂਵ ਕਰ ਦਿੱਤਾ ਜਾਂਦਾ। ਅਤੇ ਉਹਦੇ ਤੋਂ ਬਾਅਦ ਜਦੋਂ ਉਹ ਕੁੱਤਾ ਭੌਂਕਦਾ ਆ ਤਾਂ ਉਹਨੂੰ ਜਾਂ ਤਾਂ ਉਹਦੀ ਆਵਾਜ਼ ਬਦਲੀ ਹੁੰਦੀ ਆ, ਮਤਲਬ ਇੰਨੀ ਕੁ ਆਵਾਜ਼ ਨਹੀਂ ਹੁੰਦੀ ਕਿ ਉਹ ਕਿਸੇ ਨੂੰ ਡਿਸਟਰਬੈਂਸ ਕਰ ਸਕੇ, ਪਰ ਉਹ ਭੌਂਕ ਫਿਰ ਵੀ ਰਿਹਾ ਆ। ਇਹਦੇ ਵਿੱਚ ਸਭ ਤੋਂ ਔਖਾ ਪਾਰਟ ਕੀ ਆ ਕਿ ਬਾਵਜੂਦ ਉਹਦੇ ਇੱਕ ਤਾਂ ਫਿਜ਼ੀਕਲ ਉਹਨੂੰ ਟੌਰਚਰ ਕੀਤਾ ਜਾ ਰਿਹਾ, ਜਦੋਂ ਸਰਜਰੀ ਕੀਤੀ ਜਾਂਦੀ ਉਹਦੇ ਤੋਂ ਬਾਅਦ ਜਿੰਨੀਆਂ ਕੰਪਲੀਕੇਸ਼ਨਸ ਆਉਂਦੀਆਂ ਉਹਦੇ ਵਿੱਚੋਂ ਇਹਨਾਂ ਐਨੀਮਲਸ ਨੂੰ ਨਿਕਲਣਾ ਪੈ ਰਿਹਾ। ਦੂਜਾ ਇਹਦੇ ਨਾਲ ਜਿਹੜਾ ਇਮੋਸ਼ਨਲੀ ਉਹਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਆ ਕਿ ਜਿਸ ਤਰ੍ਹਾਂ ਦਾ ਰਿਐਕਸ਼ਨ ਉਹ ਕਿਸੇ ਵੀ ਕੰਮ ਦੇ ਪ੍ਰਤੀ ਦੇਣਾ ਚਾਹੁੰਦਾ ਆ ਉਹ ਦੇ ਤਾਂ ਰਿਹਾ। ਉਹ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੇ ਆਪਣਾ ਭੌਂਕਣਾ ਬੰਦ ਕਰ ਦਿੱਤਾ, ਉਹ ਆਵਾਜ਼ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਆਵਾਜ਼ ਪੈਦਾ ਹੋ ਨਹੀਂ ਰਹੀ। ਮਨੁੱਖ ਆਪਣੇ ਫਾਇਦੇ ਦੇ ਲਈ ਕਿਸ ਤਰ੍ਹਾਂ ਜਾਨਵਰਾਂ ਨੂੰ ਟਰੀਟ ਕਰ ਰਿਹਾ ਆ। ਪਹਿਲਾਂ ਕੁਛ ਜਿਹੜੀਆਂ ਜਿਵੇਂ ਬਿੱਲੀਆਂ ਨੇ ਉਹਨਾਂ ਦੇ ਪੰਜੇ ਕੱਟ ਦਿੱਤੇ ਜਾਂਦੇ, ਬਿਲਕੁਲ ਜਿੱਦਾਂ ਮਨੁੱਖ ਦੀ ਉਂਗਲ ਪੂਰੀ ਦੀ ਪੂਰੀ ਕੱਟ ਦਿੱਤੀ ਜਾਵੇ, ਉਹਨੂੰ ਵੀ
ਬੈਨ ਕੀਤਾ ਗਿਆ ਇੱਥੇ। ਫਿਰ ਇਹਨਾਂ ਦੇ ਜਿਹੜੀ ਡੌਗਸ ਦੇ ਜਿਹੜੇ ਕੰਨ ਆ ਉਹਨਾਂ ਦੀ ਕ੍ਰੋਪਿੰਗ ਕੀਤੀ ਜਾਂਦੀ ਵੀ ਇਹ ਸਿੱਧੇ ਖੜੇ ਰਹਿਣ, ਇਹਨਾਂ ਦੀ ਪੂਛ ਦੇ ਨਾਲ ਜਿਹੜਾ ਕੀਤਾ ਜਾਂਦਾ ਉਹਨਾਂ ਦੇ ਉੱਤੇ ਬੈਨ ਕੀਤਾ ਗਿਆ। ਤੇ ਹੁਣ ਇਹਦੀ ਡੀਬਾਰਕਿੰਗ ਦੇ ਉੱਤੇ ਬੈਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਹਨੂੰ ਜਿਹੜੇ ਬੰਦ ਕੀਤਾ ਜਾਵੇ। ਬਹੁਤ ਸਾਰੇ ਲੋਕ ਇਹ ਪ੍ਰੈਕਟਿਸ ਕਰ ਰਹੇ ਆ, ਜਦੋਂ ਸਰਜਰੀ ਕਰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਕੰਪਲੀਕੇਸ਼ਨਸ ਆਉਂਦੀਆਂ ਆ, ਹਾਲਾਂਕਿ ਅਨੈਸਥੀਸੀਆ ਦਿੱਤਾ ਹੁੰਦਾ ਹੈ, ਬਾਵਜੂਦ ਇਹ ਸਾਰੇ ਕੁਝ ਤੇ ਜਿਹੜੀਆਂ ਕੰਪਲੀਕੇਸ਼ਨਸ ਆ ਰਹੀਆਂ ਆ ਤੇ ਵੱਧ ਤੋਂ ਜਿਹੜੀ ਸਕਾਰ ਟਿਸ਼ੂ ਫਾਰਮੇਸ਼ਨ ਹੋ ਜਾਂਦੀ ਇਹਨਾਂ ਦੇ ਵਿੱਚ, ਏਅਰਵੇ ਦੇ ਵਿੱਚ ਸਮੱਸਿਆ ਆ ਜਾਂਦੀ ਆ, ਨਮੂਨੀਆ ਇਹਨਾਂ ਨੂੰ ਹੋ ਜਾਂਦਾ ਆ, ਕਈ ਕੁਝ ਇਸ ਤਰੀਕਿਆਂ ਦੇ ਨਾਲ ਹੁੰਦਾ। ਹੋਣਾ ਜਿਹੜਾ ਇਹ ਚਾਹੀਦਾ ਆ, ਪਰ ਉਹ ਜਾਨਵਰ ਜਿਹੜਾ ਫੇਰ ਵੀ ਸਾਇਲੈਂਸ ਦੇ ਵਿੱਚ ਨਹੀਂ ਆ, ਸਗੋਂ ਉਹਦੀ ਆਵਾਜ਼ ਜਿਹੜੀ ਆ ਉਹ ਬਦਲ ਜਾਂਦੀ ਆ, ਉਹਦੇ ਭੌਂਕਣ ਦੀ ਜਿਹੜੀ ਪਿੱਚ ਆ ਉਹ ਚੇਂਜ ਹੋ ਜਾਂਦੀ ਆ। ਇੱਕ ਸੌਖਾ ਤਰੀਕਾ ਲੱਭਿਆ ਜਾ ਰਿਹਾ। BCSPCA ਦੇ ਲਈ ਕਾਲ ਕਰ ਰਿਹਾ ਜਿਹੜੀ ਕਾਲਜ ਆਫ ਵੈਟਰਨਰੀਅਨ ਆਫ ਬ੍ਰਿਟਿਸ਼ ਕੋਲੰਬੀਆ ਨੂੰ ਕਿ ਇਹਨਾਂ ਨੂੰ ਅਲਬਰਟਾ ਤੇ ਨੋਵਾ ਸਕੋਸ਼ੀਆ ਨੂੰ ਫੋਲੋ ਕਰਨਾ ਚਾਹੀਦਾ। ਜਿਸ ਤਰ੍ਹਾਂ ਉਹਨਾਂ ਨੇ ਇਸ ਡੀਬਾਰਕਿੰਗ ਦੀ ਸਰਜਰੀ ਦੀ ਪ੍ਰੈਕਟਿਸ ਨੂੰ ਬੰਦ ਕੀਤਾ, ਇੱਥੋਂ ਕਰ ਦੇਣਾ ਚਾਹੀਦਾ। ਲੋਕਾਂ ਨੂੰ ਇਹ ਸ਼ਾਰਟਕੱਟ ਨਹੀਂ ਅਪਣਾਉਣਾ ਚਾਹੀਦਾ ਕਿ ਉਹ ਇਹਨਾਂ ਨੂੰ ਬਜਾਏ ਇਹਦੇ ਕਿ ਉਹਦੇ ਬਿਹੇਵੀਅਰ ਨੂੰ ਮੈਨੇਜ ਕਰਨ ਦੇ ਲਈ ਉਹਦੀ ਟ੍ਰੇਨਿੰਗ ਦੇਣ ਉਸ ਤਰ੍ਹਾਂ ਦੀ ਜਿਹੜੀ ਕਿ ਕਾਫੀ ਲੰਬੀ ਆ। ਸਿੱਧਾ ਸ਼ਾਰਟਕੱਟ ਤਰੀਕਾ ਉਹਨਾਂ ਦੇ ਸਰੀਰ ਦੇ ਨਾਲ ਉਹਦੀ ਡੀਵੋਕਲਾਈਜੇਸ਼ਨ ਕਰ ਦੇਣੀ, ਇਹਨੂੰ ਨਾ ਕਰਨ। ਇਸ ਮਾਮਲੇ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਸਕਦਾ ਇਹ ਜਿਹੜੀ ਸਾਇਲੈਂਸ ਦੇ ਵਿੱਚ ਸਫ਼ਰ ਕਰ ਰਹੇ ਐਨੀਮਲਸ ਨੇ ਇਹਨਾਂ ਨੂੰ ਇਸ ਚੀਜ਼ ਤੋਂ ਛੁਟਕਾਰਾ ਮਿਲ ਜਾਵੇ, ਕੁਦਰਤੀ ਰੂਪ ਦੇ ਵਿੱਚ ਉਹ ਬਿਹੇਵ ਕਰ ਸਕਣ, ਮਨੁੱਖ ਨੂੰ ਆਪਣੇ ਹਿਸਾਬ ਨਾਲ ਟ੍ਰੇਨ ਕਰ ਲਵੇ ਜਿਸ ਤਰੀਕੇ ਦੇ ਨਾਲ ਉਹਨੇ ਕਰਨਾ। ਪਰ ਸਿੱਧਾ ਉਹਨਾਂ ਦੇ ਮੁੱਢਲੇ ਕੰਮ ਦੇ ਉੱਤੇ ਜਾ ਕੇ, ਉਹਨਾਂ ਦੇ ਮੁੱਢਲੇ ਕਾਰਜ ਦੇ ਉੱਤੇ ਜਾ ਕੇ ਹਮਲਾ ਕਰ ਦੇਣਾ, ਇਹ ਕਿਸੇ ਤਰ੍ਹਾਂ ਵੀ ਇਨਸਾਨੀਅਤ ਵਾਲਾ ਕੰਮ ਨਹੀਂ ਆ। ਤੇ ਇਹਦੇ ਲਈ ਇੱਕ ਪਟੀਸ਼ਨ ਜਿਹੜੀ ਆ ਉਹਨਾਂ ਨੇ ਕਿਹਾ ਕਿ BCSPCA ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇੱਕ ਪਟੀਸ਼ਨ ਸਾਈਨ ਕਰ ਸਕਦੇ ਹੋ ਤਾਂ ਕਿ ਇਹਨਾਂ ਜਾਨਵਰਾਂ 'ਤੇ ਹੁੰਦੇ ਇਸ ਮਨੁੱਖ ਦੇ ਫਾਇਦੇ ਲਈ ਹੁੰਦੇ ਜ਼ੁਲਮ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ। ਕੈਨੇਡਾ ਦੇ ਵਿੱਚ ਪੰਜਾਬੀ ਬੋਲੀ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਇਹਦੇ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਦਾ ਰੋਲ ਆ, ਉੱਥੇ ਜਿਹੜੇ ਆਰਟਿਸਟ ਨੇ, ਕਲਾਕਾਰ ਨੇ, ਉਹਨਾਂ ਦਾ ਬਹੁਤ ਵੱਡਾ, ਉਹਨਾਂ ਸੰਸਥਾਵਾਂ ਦਾ ਬਹੁਤ ਵੱਡਾ ਰੋਲ ਆ। ਨਵਲਪ੍ਰੀਤ ਰੰਗੀ ਹੁਣੀ ਜਿਹੜੇ ਕਿ ਡਾਇਰੈਕਟਰ ਨੇ ਮਾਂ ਬੋਲੀ ਪੰਜਾਬੀ ਫਿਲਮ ਫੈਸਟੀਵਲ ਦੇ, ਪਿਛਲੇ 8 ਸਾਲ ਤੋਂ ਲਗਾਤਾਰ ਇੱਥੇ ਕੈਨੇਡਾ ਦੇ ਵਿੱਚ ਹੁੰਦਾ ਆ ਰਿਹਾ। ਇਸ ਵਾਰੀ 28, 29, 30 ਅਪ੍ਰੈਲ ਨੂੰ ਇਹ ਫੈਸਟੀਵਲ ਹੋ ਰਿਹਾ। ਇਸ ਫੈਸਟੀਵਲ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਇਸ ਫੈਸਟੀਵਲ ਦੇ ਡਾਇਰੈਕਟਰ ਨਵਲਪ੍ਰੀਤ ਰੰਗੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ। ਨਵਲਪ੍ਰੀਤ ਜੀ, ਸਾਨੂੰ ਦੱਸਿਓ ਇਹ ਫੈਸਟੀਵਲ ਦੀ ਕਿੱਥੇ ਹੋ ਰਿਹਾ ਤੇ ਥੋੜ੍ਹਾ ਜਿਹਾ ਇਹਦੇ ਪਿਛੋਕੜ ਬਾਰੇ, ਕਦੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਹੁਣ ਇੱਥੇ ਤੱਕ ਪਹੁੰਚੇ ਆ, ਕਿੱਦਾਂ ਦੇਖ ਰਹੇ ਹੋ ਜੀ? ਪਹਿਲਾਂ ਤਾਂ ਮੈਂ ਧੰਨਵਾਦ ਤੁਹਾਡਾ ਕਰਦਾ ਚੈਨਲ ਪੰਜਾਬੀ ਦੇ ਸਮੂਹ ਸਰੋਤਿਆਂ ਦਾ। ਅਸੀਂ ਜਿਹੜਾ 2013 'ਚ ਫੈਸਟੀਵਲ ਸ਼ੁਰੂ ਕੀਤਾ ਸੀ, ਉਹਦਾ ਮੰਤਵ ਇਹੀ ਸੀ ਵੀ ਜਿਹੜਾ ਕਮਰਸ਼ੀਅਲ ਸਿਨੇਮਾ ਉਹਨਾਂ ਨੂੰ ਇੱਕ ਮੰਚ ਮਿਲ ਜਾਂਦਾ, ਲੇਕਿਨ ਜਿਹੜੀਆਂ ਛੋਟੀਆਂ ਫਿਲਮਾਂ ਨੇ ਜਾਂ ਆਰਟ ਫਿਲਮਾਂ ਨੇ, ਦਸਤਾਵੇਜ਼ੀ ਡਾਕੂਮੈਂਟਰੀਜ਼ ਨੇ, ਜਿਨ੍ਹਾਂ ਦੀ ਗੱਲਬਾਤ ਉਹਨਾਂ ਨੂੰ ਮੰਚ ਨਹੀਂ ਮਿਲਦਾ। ਸੋ ਐਡਾ ਵੱਡਾ ਕਮਰਸ਼ੀਅਲ ਤੌਰ 'ਤੇ ਉਹਨਾਂ ਦਾ ਕੋਈ ਆਦਾਨ ਪ੍ਰਦਾਨ ਵੀ ਨਹੀਂ ਹੈਗਾ। ਸੋ ਇਹ ਸੀ ਵੀ ਜਿਹੜੇ ਆਰਟ ਫਿਲਮ ਮੇਕਰ ਨੇ ਜਾਂ ਦਸਤਾਵੇਜ਼ੀ ਫਿਲਮ ਮੇਕਰ ਨੇ, ਉਹਨਾਂ ਨੂੰ ਕੋਈ ਉਹਨਾਂ ਦੇ ਬਾਰੇ ਡਿਸਕਸ਼ਨ ਹੋਵੇ। ਸੋ 2013 ਤੋਂ ਲੈ ਕੇ ਹੁਣ 22 ਚੱਲ ਰਿਹਾ ਹੈਗਾ, ਲਗਾਤਾਰ 8-9 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ। ਹਰ ਸਾਲ ਕਰਦੇ ਹੈਗੇ ਆ ਫੈਸਟੀਵਲ ਜੀ। 3 ਦਿਨ ਦਾ ਫੈਸਟੀਵਲ ਹੁੰਦਾ, 1 ਦਿਨ ਆਰਟ ਐਗਜ਼ੀਬਿਸ਼ਨ ਹੁੰਦੀ ਆ, 2 ਦਿਨ ਫਿਲਮਾਂ ਦਿਖਾਉਣੇ ਦੀ ਡਿਸਕਸ਼ਨ ਹੁੰਦੀ ਹੈ ਜੀ। ਇਹਦੇ ਵਿੱਚ ਜਿਹੜੀ ਫਿਲਮਾਂ ਬਣਾਉਂਦੇ ਆ, ਜਿੱਦਾਂ ਆਪਾਂ ਲੋਕ ਉੱਥੋਂ ਜਨਮ ਲੈ ਕੇ ਇੱਧਰਲੇ ਪਾਸੇ ਆਏ ਆ, ਉਹੀ ਪਾਰਟੀਸਪੈਂਟ ਹੁੰਦੇ ਆ, ਜਿਹੜੇ ਇੱਥੋਂ ਦੇ ਬੱਚੇ ਆ ਉਹ ਵੀ ਪੰਜਾਬੀ ਨਾਲ ਜੁੜਦੇ ਆ? ਹਾਂਜੀ, ਇੱਥੋਂ ਜਿਹੜੇ ਸਰੀ ਦੇ, ਵੈਨਕੂਵਰ ਦੇ, ਇਸ ਤੋਂ ਇਲਾਵਾ ਬਰੈਂਪਟਨ ਤੋਂ ਬੱਚਿਆਂ ਨੇ ਨਾ ਫਿਲਮਾਂ ਭੇਜੀਆਂ ਨੇ, ਜਿਵੇਂ LA ਮੈਥਸਨ ਸਕੂਲ ਹੈਗਾ, ਤਵਾਸਨ ਸਕੂਲ ਹੈਗਾ, ਉਹਨਾਂ ਬੱਚਿਆਂ ਨੇ 5 ਤੋਂ ਲੈ ਕੇ 7 ਮਿੰਟ ਦੇ ਮੋਬਾਈਲ ਦੇ ਉੱਤੇ ਫਿਲਮਾਂ ਬਣਾਈ ਹੋਈਆਂ, ਉਹਨਾਂ ਨੇ ਸਾਨੂੰ ਸੈਂਡ ਕੀਤੀਆਂ। ਸੋ ਸਾਡਾ ਜਿਹੜਾ ਮਕਸਦ ਇਹ ਆ ਵੀ ਜ਼ਰੂਰੀ ਨਹੀਂ ਵੀ ਸਿਰਫ ਪੰਜਾਬੀ ਦਾ, ਲਹਿੰਦੇ ਪੰਜਾਬ, ਲਾਹੌਰ ਤੋਂ, ਫੈਸਲਾਬਾਦ ਤੋਂ, ਸਿਆਲਕੋਟ ਤੋਂ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ। ਹੁਣ ਵੀ ਸਾਡੇ ਕੋਲ 7-8 ਆਈਆਂ ਨੇ ਉਰਦੂ ਪੰਜਾਬੀ ਦੇ ਵਿੱਚ। ਸਾਡਾ ਜਿਹੜਾ ਮਕਸਦ ਇਹ ਆ ਵੀ ਦੁਨੀਆ ਦੇ ਕਿਸੇ ਕੋਨੇ ਤੋਂ ਤੁਸੀਂ 5 ਤੋਂ 7 ਮਿੰਟ, 10 ਮਿੰਟ, 15 ਮਿੰਟ ਦੀ ਫਿਲਮ ਬਣਾਈ ਆ, ਉਹ ਚਾਹੇ ਡਾਕੂਮੈਂਟਰੀ ਬਣਾਈ ਆ, ਚਾਹੇ ਪੰਜਾਬੀ ਬਣਾਈ ਆ, ਜਿਹਦਾ ਜਿਹੜਾ ਤਾਲੁਕ ਆ ਉਹ ਵਿਸ਼ਿਆਂ ਦੇ, ਜਿਹੜੇ ਅਲੱਗ-ਅਲੱਗ ਵਿਸ਼ੇ ਨੇ ਪੰਜਾਬ ਦੇ, ਮਤਲਬ ਉਹਨਾਂ ਦੇ ਉੱਤੇ ਹੋਵੇ, ਕਿਸੇ ਵੀ ਸੰਬੰਧ ਦੇ ਵਿੱਚ ਹੋਵੇ, ਉਸ ਨੂੰ ਦਿਖਾਓ। ਸਿਲੈਕਸ਼ਨ ਕਮੇਟੀ ਸਿਲੈਕਟ ਕਰਕੇ ਦਿਖਾਏਗੀ, ਉਹਦੇ ਉੱਤੇ ਡਿਸਕਸ਼ਨ ਹੋਏਗੀ, ਰਾਏ ਦਿੱਤੀ ਜਾਏਗੀ। ਬਸ ਇਹ ਸਾਡਾ ਮਕਸਦ ਮੇਨ ਹੈਗਾ, ਤਾਂ ਕਿ ਉਹਨਾਂ ਨੂੰ ਪ੍ਰਮੋਸ਼ਨ ਮਿਲ ਸਕੇ, ਪ੍ਰਮੋਟ ਹੋ ਸਕਣ ਜਿਹੜੇ ਨਵੇਂ ਫਿਲਮ ਮੇਕਰ ਨੇ। 2013 ਦੇ ਵਿੱਚ ਸ਼ੁਰੂ ਕੀਤਾ ਸੀ, ਹੁਣ 22 ਆ ਗਿਆ। ਕਿੱਥੇ ਦੇਖਦੇ ਆ ਫੈਸਟੀਵਲ ਨੂੰ ਤੇ ਇਸ ਪਾਸੇ ਕਿੰਨੀ ਕੁ ਅੱਗੇ ਪ੍ਰੋਗਰੈਸ ਹੋਈ ਹੈ ਜੀ?
ਦੇਖੋ ਪ੍ਰੋਗਰੈਸ ਬਹੁਤ ਹੋਈ ਆ, ਔਰ ਸਭ ਤੋਂ ਵਧੀਆ ਗੱਲ ਕੀ ਹੋਈ ਆ ਵੀ ਬੜੇ ਜਿਹੜੇ ਫਿਲਮ ਮੇਕਰ ਨੇ, ਕਮਰਸ਼ੀਅਲ ਨੇ, ਉਹ ਸਾਨੂੰ ਜਦੋਂ ਅਪਰੋਚ ਕਰਦੇ ਨੇ, ਅਸੀਂ ਉਹਨਾਂ ਨੂੰ ਮਾਫੀਨਾਮਾ ਦੇ ਕੇ ਜਵਾਬ ਦੇ ਦਿੰਦੇ ਆ। ਇਹ ਬਹੁਤ ਵੱਡੀ ਸਾਡੀ ਉਹ ਹੈਗੀ ਆ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਕਮਰਸ਼ੀਅਲ ਨੂੰ ਅਸੀਂ ਕਿਸ ਤਰੀਕੇ ਨਾਲ ਫੈਸਟੀਵਲਾਂ ਦੇ ਵਿੱਚ ਉਹ ਕਰੀਏ। ਪਰ ਤੁਸੀਂ ਇਹ ਹੈਰਾਨ ਹੋ ਜਾਓਗੇ ਵੀ ਇੱਥੋਂ ਦੇ ਬੱਚੇ, ਜਦੋਂ ਸਾਡਾ ਫੈਸਟੀਵਲ ਅਪ੍ਰੈਲ ਸ਼ੁਰੂ ਹੁੰਦਾ ਹੈਗਾ, ਉਹ ਸਾਡੇ ਕੋਲ ਘੱਟੋ ਘੱਟ 8-9 ਫਿਲਮਾਂ ਆਈਆਂ ਨੇ ਜਿਨ੍ਹਾਂ ਨੇ ਬੱਚਿਆਂ ਨੇ ਮੋਬਾਈਲ 'ਤੇ ਬਣਾ ਕੇ ਭੇਜੀ ਹੈਗੇ ਨੇ। ਇੱਥੋਂ ਦੇ 3-4 ਇੰਗਲੈਂਡ ਤੋਂ ਆਈ ਹੈਗੀਆਂ ਨੇ। ਸੋ ਹਰ ਸਾਲ ਲਗਾਤਾਰ ਕਰਦੇ ਰਹਿਣਾ ਇਹ ਸਾਡੇ ਲਈ ਚੈਲੰਜ ਤਾਂ ਹੈ। ਪਰ ਪਿਛਲੇ ਸਾਲ ਆਨਲਾਈਨ ਕੀਤਾ ਸੀ ਅਸੀਂ ਫੈਸਟੀਵਲ, ਜ਼ੂਮ ਦੇ ਉੱਤੇ ਕੀਤਾ ਸੀ, ਪਰ ਲਗਾਤਾਰ ਕਰ ਰਹੇ ਹਾਂ। ਜਿਵੇਂ ਵੱਖ-ਵੱਖ ਵਿਸ਼ਿਆਂ ਦੇ ਡਾਕੂਮੈਂਟਰੀਜ਼ ਨੇ, ਡਾਕੂਮੈਂਟਰੀ ਫਿਲਮ ਮੇਕਰਾਂ ਦੇ ਨਾਲ ਗੱਲਬਾਤ ਆ, ਰੂਬਰੂ ਕਰਦੇ ਹੈਗੇ ਆ। ਸੋ ਇਹ ਆ ਵੀ ਇੱਕ ਨਵਾਂ ਪਿਰਤ ਪਾਈ ਹੋਈ ਹੈਗੀ ਆ, ਲਗਾਤਾਰ ਇਹਦੇ 'ਤੇ ਚੱਲ ਰਹੇ ਹੈਗੇ ਆ। ਇਹ ਜਿਹੜਾ ਫੈਸਟੀਵਲ ਹੈ ਇਹ ਪੰਜਾਬ ਭਵਨ 'ਚ ਹੋ ਰਿਹਾ ਜੀ। ਤੇ ਇਹ ਹਰ ਸਾਲ ਇੱਥੇ ਹੀ ਹੁੰਦਾ ਜਾਂ ਇਹਦੀ ਆਉਣ ਵਾਲੇ ਸਮੇਂ ਤੁਸੀਂ ਕਿਸੇ ਇੰਗਲੈਂਡ, ਟੋਰਾਂਟੋ ਕਿਤੇ ਹੋਰ ਵੀ ਕਰਾਉਣ ਬਾਰੇ ਸੋਚਦੇ ਹੋ ਜੀ? ਦੇਖੋ ਬਹੁਤ ਸਾਰੇ ਫੈਸਟੀਵਲ ਹੋਏ ਨੇ, ਬੰਦ ਹੋ ਗਏ। ਜਿਵੇਂ ਬਰਾਸਟ ਫੈਸਟੀਵਲ ਹੋਇਆ ਸੀ ਇੰਗਲੈਂਡ ਤੇ ਆਸਟ੍ਰੇਲੀਆ ਦੇ ਵਿੱਚ, ਹੋਰ ਟੋਰਾਂਟੋ ਦੇ ਵਿੱਚ ਵੀ ਹੋਇਆ ਸੀ। ਮੇਰੇ ਖਿਆਲ ਦੇ ਵਿੱਚ ਇਹਦੀ ਹੋਂਦ ਕਰਨ ਦੇ ਲਈ ਤੁਹਾਡੀ ਆਪਣੀ ਜਹਿਦ ਬਹੁਤ ਜ਼ਰੂਰੀ ਆ, ਕਿਉਂਕਿ ਪਹਿਲਾਂ ਤੁਸੀਂ ਆਪ 5-7 ਮਿੰਟ ਦੇ ਲਈ ਇਸ ਭੱਜ ਨੱਠ ਜ਼ਿੰਦਗੀ ਤੋਂ ਕੱਢ ਕੇ ਆਪ ਫਿਲਮਾਂ ਸਿਲੈਕਟ ਕਰਕੇ ਜਦੋਂ ਤੁਸੀਂ ਦੇਖਦੇ ਹੋਗੇ ਵੀ ਇਹਨਾਂ ਦੀ ਡਿਸਕਸ਼ਨ ਹੋਵੇਗੀ। ਦੁਨੀਆ ਦੇ ਵਿੱਚ ਕਰ ਸਕਦੇ ਨੇ, ਜਿਵੇਂ ਨਵਾਂ ਮਾਧਿਅਮ ਆ ਰਿਹਾ ਹੈਗਾ ਹੁਣ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ। ਪਰ ਇੱਕ ਤੌਰ 'ਤੇ ਜਿਹੜਾ ਇੱਕ ਦਿਨ ਦੇ ਲਈ ਜਿਵੇਂ ਆਪਾਂ 8-10 ਫਿਲਮਾਂ ਦਿਖਾ ਰਹੇ ਹਾਂ, ਉਹਦੇ ਵਿੱਚ 4 ਤੋਂ 5 ਘੰਟੇ ਦਾ ਫਿਲਮਾਂ ਵੀ ਹੋਣਗੀਆਂ, ਡਿਸਕਸ਼ਨ ਵੀ ਹੋਣਗੀਆਂ। ਨਵੇਂ ਫਿਲਮ ਮੇਕਰਾਂ ਦੇ ਲਈ ਇੱਕ ਨਵਾਂ ਮੰਚ ਮਿਲੇਗਾ। ਮੇਰੇ ਖਿਆਲ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਕੰਟਰੀਆਂ ਦੇ ਵਿੱਚ ਜੇ ਆਪਾਂ ਦੇਖਦੇ ਹੈਗੇ, ਚਾਹੇ ਇੰਗਲੈਂਡ ਆ, ਯੂਰਪ ਆ, ਅਲੱਗ-ਅਲੱਗ ਵਿਸ਼ਿਆਂ 'ਤੇ ਹੋ ਰਹੇ ਨੇ। ਡਾਕੂਮੈਂਟਰੀ, ਆਰਟ, ਸ਼ਾਰਟ, ਟਰੈਵਲ, ਕਿੰਨਾ ਕੁਛ ਹੋ ਰਿਹਾ। ਪਰ ਪੰਜਾਬੀ ਲਈ ਪ੍ਰਵਾਜ਼ ਹੈਗੀ ਆ ਨਵੇਂ ਹੈ ਨਾ। ਸੋ ਕਿਉਂਕਿ ਅਸੀਂ ਕਮਰਸ਼ੀਅਲ ਯੁੱਗ ਦੇ ਵਿੱਚ ਹੈਗੇ ਆ, ਅਤੇ ਕਮਰਸ਼ੀਅਲ ਸਾਡੇ ਕੋਲ ਫਿਲਮਾਂ ਬਣਦੀਆਂ ਨੇ। ਆਰਟ ਵਾਲੇ ਜਿਹੜੇ ਲੋਕ ਨੇ, ਰਾਜੀਵ ਸ਼ਰਮਾ ਨੇ, ਗੁਰਵਿੰਦਰ ਧਾਲੀਵਾਲ ਨੇ, ਦਲਜੀਤ ਧੰਮੀ ਨੇ, ਇਹ ਇੱਦਾਂ ਦੇ ਫਿਲਮ ਮੇਕਰਾਂ ਦੀ ਇੱਕ ਵੱਖਰੀਆਂ ਫਿਲਮਾਂ ਬਣਾਈਆਂ ਨੇ। ਉਹਨਾਂ ਲਈ ਵੀ ਇੱਕ ਮੰਚ ਪ੍ਰਦਾਨ ਹੋਣਾ ਚਾਹੀਦਾ ਜੀ। ਆਖਰ ਦੇ ਵਿੱਚ ਨਵਪ੍ਰੀਤ ਜੀ ਸਾਨੂੰ ਇੱਕ ਵਾਰੀ ਕੰਟੈਕਟ ਦੱਸਿਓ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ, ਲੋਕੇਸ਼ਨ ਤੇ ਇਹ ਕਿ ਇਹਦੀ ਕੋਈ ਟਿਕਟ ਆ ਜਾਂ ਕੋਈ ਵੀ ਆ ਸਕਦਾ ਜਾਂ ਉਹਦੇ ਲਈ ਪਹਿਲਾਂ ਦੱਸਣਾ ਪਊਗਾ ਜੀ। ਦੇਖੋ ਪ੍ਰੋਸੈਸ ਸਾਹਿਬ, ਇਹ ਤਾਂ ਬਿਲਕੁਲ ਫ੍ਰੀ ਈਵੈਂਟ ਆ। ਇਹਦੇ ਲਈ ਇਹ ਆ ਵੀ ਮਾਂ ਬੋਲੀ ਫਿਲਮ festival.com ਇਹਦੀ ਵੈਬਸਾਈਟ ਹੈਗੀ ਆ। ਮੈਨੂੰ ਜਾਂ ਪੰਜਾਬ ਭਵਨ ਨੂੰ ਫੋਨ ਕਰ ਸਕਦੇ ਆ 604-580-1000 ਦੇ ਉੱਤੇ, ਜਾਂ ਮੈਨੂੰ ਮੇਰੇ ਸੈੱਲ ਦੇ ਉੱਤੇ ਫੋਨ ਕਰ ਸਕਦੇ ਨੇ 604-442-8781 604-442-8781। ਅਤੇ ਜਿਹੜਾ ਫੈਸਟੀਵਲ ਹੈਗਾ ਉਹ 27, 28, 29 ਚੱਲੇਗਾ। 27 ਤਰੀਕ ਨੂੰ ਹੈਗੀ ਆਰਟ ਐਗਜ਼ੀਬਿਸ਼ਨ, 28 ਨੂੰ ਫਿਲਮਾਂ ਨੇ। ਜਿਹੜੀ ਫਿਲਮਾਂ ਦੀ ਸਕਰੀਨਿੰਗ ਆ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 9:30 ਵਜੇ ਤੱਕ ਹੈਗੀ ਆ। ਅਤੇ 10 ਤਰੀਕ ਨੂੰ ਹੈਗਾ ਫਿਰ ਕਲੋਜ਼ਿੰਗ ਫਿਲਮ ਹੈਗੀ ਆ, ਉਹ ਥੀਏਟਰ ਦੇ ਵਿੱਚ ਹੈਗੀ ਆ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਦੋਸਤੋ, ਨਵਪ੍ਰੀਤ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਜਿਹੜੇ ਵੀ ਇੱਥੇ ਪਹੁੰਚ ਸਕਦੇ ਹੋ ਜ਼ਰੂਰ ਇਸ ਫੈਸਟੀਵਲ ਦੇ ਵਿੱਚ ਪਹੁੰਚੋ। ਜਿਸ ਤਰ੍ਹਾਂ ਵੀ ਇਹਨਾਂ ਨੂੰ ਸਹਿਯੋਗ ਦੇ ਸਕਦੇ ਹੋ ਜ਼ਰੂਰ ਸਹਿਯੋਗ ਦਿਓ। ਇਹ ਨਵਪ੍ਰੀਤ ਰੰਗੇ ਹੋਣਾ ਦਾ ਸਹਿਯੋਗ ਨਹੀਂ, ਸਗੋਂ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਹਿਯੋਗ ਕਰ ਰਹੇ ਹੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਦੋਸਤੋ, ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨ ਦੇ ਲਈ ਖਾਸ ਮਹਿਮਾਨ ਦੇ ਨਾਲ ਇੱਥੇ ਹਾਜ਼ਰ ਹੋਏ ਹਾਂ। ਸਰੀ ਦੇ ਵਿੱਚ ਦਲਜੀਤ ਕਲਸੀ ਜੀ ਆਏ ਨੇ। ਦਲਜੀਤ ਕਲਸੀ ਵੱਡੇ ਕਲਾਕਾਰ ਨੇ, ਤੁਸੀਂ ਕਲਾਕਾਰ ਵਜੋਂ ਉਹਨਾਂ ਨੂੰ ਜਾਣਦੇ ਆ। ਦੀਪ ਸਿੱਧੂ ਵੱਡਾ ਕਲਾਕਾਰ ਸੀ, ਉਹਨਾਂ ਦੇ ਸਾਥੀ ਵਜੋਂ ਇਹਨਾਂ ਦੀ ਇੱਕ ਪਛਾਣ ਬਣੀ ਆ। ਵਾਰਿਸ ਪੰਜਾਬ ਦੇ ਇੱਕ ਸੰਸਥਾ ਆਰਗੇਨਾਈਜੇਸ਼ਨ ਆ, ਉਹਦੇ ਲਈ ਕੰਮ ਕਰਦੇ ਨੇ। ਇਹਨਾਂ ਦੇ ਨਾਲ ਵਾਰਿਸ ਪੰਜਾਬ ਦੇ ਆਰਗੇਨਾਈਜੇਸ਼ਨ ਬਾਰੇ, ਇਹਨਾਂ ਦੇ ਮਕਸਦ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਦਲਜੀਤ ਕਲਸੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕਲਸੀ ਸਾਹਿਬ, ਥੋੜ੍ਹਾ ਜਿਹਾ ਆਰਗੇਨਾਈਜੇਸ਼ਨ ਬਾਰੇ ਦੱਸਿਓ। ਇਹ ਸੰਸਥਾ ਕੀ ਹੈ ਔਰ ਕੀ ਮਕਸਦ ਆ ਤੇ ਕਿੱਦਾਂ ਬਣੀ ਸੀ ਜੀ? ਇਹ ਜਦੋਂ ਦੀਪ ਭਾਈ ਤੇ ਨਾ ਬਾਰ-ਬਾਰ ਇਲਜ਼ਾਮ ਲਾਏ ਜਾਂਦੇ ਸੀਗੇ ਕਿ ਇਹ ਰਾਜਨੀਤੀਕਰਨ ਆਇਆ, ਰਾਜਨੀਤੀਕਰਨ ਆਇਆ, ਅਤੇ ਭਾਜੀ ਰਾਜਨੀਤੀ ਕਰਨ ਲਈ ਨਹੀਂ ਆਏ ਸੀਗੇ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਦਾ ਸਾਰਾ ਮਿਸ਼ਨ ਸੀ। ਅਤੇ ਵਾਰਿਸ ਪੰਜਾਬ ਦੇ ਉਸੇ ਤਰਫ ਨੂੰ ਇੱਕ ਉਹਨਾਂ ਦੀ ਜ਼ੁਬਾਨ ਵਿੱਚ ਹੀ ਇੱਕ ਬੇਬੀ ਸਟੈਪ ਸੀ ਕਿ ਜਿਹੜਾ ਸੋਸ਼ਲ ਅਵੇਅਰਨੈਸ ਹੈ, ਪੰਜਾਬ ਦੇ ਮੁੱਦੇ ਕੀ ਨੇ, ਪੰਜਾਬ ਦੀਆਂ ਸਮੱਸਿਆਵਾਂ ਕੀ ਨੇ, ਉਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਸੰਸਥਾ ਇੱਕ ਬਣਾਈ ਗਈ ਸੀਗੀ, ਜਿਸ ਦਾ ਨਾਮ ਵਾਰਿਸ ਪੰਜਾਬ ਦੇ, ਔਰ ਦੀਪ ਭਾਜੀ ਨੇ ਆਪ ਹੀ ਇਹ ਨਾਮ ਰੱਖਿਆ ਸੀਗਾ। ਉਹਨਾਂ ਦਾ ਇੱਕ ਸੁਪਨਾ ਸੀ ਅਤੇ ਅਨਹੋਣੀ ਹੋਈ, ਭਾਜੀ ਚਲੇ ਗਏ। ਉਹਨਾਂ ਦੀ ਸੋਚ ਦੇ ਮੁਤਾਬਿਕ ਇਹ ਠੀਕ ਇਸ ਤਰ੍ਹਾਂ ਹੈ ਕਿ ਮੈਂ ਮੰਨ ਲਓ ਤੁਹਾਡੀ ਕੋਈ ਹਵੇਲੀ ਹੈ, ਤੁਹਾਡੇ ਪੁਰਖਿਆਂ ਦੇ, ਤੁਹਾਡੇ ਦਾਦੇ
ਦੇ ਦਾਦੇ ਦੀ ਅਗਰ ਤੁਹਾਡੀ ਕੋਈ ਹਵੇਲੀ ਹੈ ਜਿਹੜੀ ਤੁਹਾਨੂੰ ਪਤਾ ਹੀ ਨਹੀਂ ਹੈ, ਤੁਸੀਂ ਇੱਥੇ ਰਹਿੰਦੇ ਹੋ, ਤੇ ਮੈਂ ਤੁਹਾਨੂੰ ਅੱਜ ਦੱਸਣ ਆਇਆ ਕਿ ਭਾਜੀ ਤੁਹਾਡੀ ਇੱਕ ਹਵੇਲੀ ਹੈਗੀ ਹੈ, ਤੁਹਾਡੇ ਦਾਦੇ ਦੇ ਦਾਦੀ ਦੀ ਇੱਕ ਹਵੇਲੀ ਹੈ, ਤੇ ਤੁਹਾਨੂੰ ਉਹ ਮੈਂ ਦੱਸੀ, ਨਾਲ ਉਸ ਦੀ ਮੈਂ ਤੁਹਾਨੂੰ ਵੈਲਿਊ ਸਮਝਾਈ ਅਗਰ, ਤੇ ਮੈਂ ਤੁਹਾਨੂੰ ਤੁਸੀਂ ਉਸ ਦੇ ਵਾਰਿਸ ਤੇ ਸੀਗੇ ਲੇਕਿਨ ਤੁਹਾਨੂੰ ਪਤਾ ਹੀ ਨਹੀਂ ਸੀ, ਤੇ ਮੈਂ ਤੁਹਾਨੂੰ ਇਹ ਦੱਸਣ ਆਇਆ ਕਿ ਬਈ ਤੁਹਾਡੀ ਇੱਕ ਹਵੇਲੀ ਹੈ, ਉਸ ਹਵੇਲੀ ਦੀ ਵੈਲਿਊ ਕੀ ਹੈਗੀ ਮੈਂ ਤੁਹਾਨੂੰ ਉਹ ਸਮਝਾਉਣ ਆਇਆ। ਉਸ ਤਰੀਕੇ ਦੇ ਨਾਲ ਇਹ ਉਸੇ ਕਨਸੈਪਟ ਤੇ ਚੱਲਦੇ ਹੋਏ ਅਸੀਂ ਵਾਰਿਸ ਪੰਜਾਬ ਦੇ ਜਿਹੜੇ ਵਾਰਿਸ ਤੇ ਹੈਗੇ ਨੇ ਵਿੱਚੇ ਜਿਹੜੇ ਭੁੱਲ ਜੇ ਗਏ ਨੇ ਜਾਂ ਥੋੜ੍ਹਾ ਇਤਿਹਾਸ ਭੁੱਲ ਗਏ ਨੇ, ਤੇ ਉਹਨਾਂ ਨੂੰ ਅਸੀਂ ਵਿਰਸੇ ਦੇ ਨਾਲ ਜੋੜਦੇ ਪਏ ਹਾਂ ਤੇ ਉਹਨਾਂ ਨੂੰ ਵਾਰਿਸ ਪੰਜਾਬ ਦੇ ਬਣਾਉਂਦੇ ਪਏ ਹਾਂ। ਇਹ ਮਤਲਬ ਸੰਸਥਾ ਸਮਾਜਿਕ ਸੰਸਥਾ ਆ, ਸਮਾਜਿਕ ਰਾਜਨੀਤਿਕ ਆ, ਪੋਲੀਟੀਕਲ ਕੋਈ ਇਹਦੇ ਪਿੱਛੇ ਜਿਹੜਾ ਇੱਕ ਥਾਟ ਆ ਜਾਂ ਇਹ ਹੈ ਕੀ ਜੀ? ਨਹੀਂ ਰਾਜਨੀਤਿਕ ਬਿਲਕੁਲ ਵੀ ਨਹੀਂ ਹੈ। ਇੱਕ ਪੂਰਾ ਇਲੈਕਸ਼ਨ ਨਿਕਲ ਗਿਆ, ਉਹਦੇ ਵਿੱਚ ਵੀ ਜੇ ਰਾਜਨੀਤਿਕ ਹੁੰਦਾ ਤੇ ਪਿਛਲੇ ਇਲੈਕਸ਼ਨ 'ਚ ਹੀ ਆਪਾਂ ਆ ਜਾਣਾ ਸੀਗਾ, ਭਾਜੀ ਨੇ ਆਪ ਹੀ ਲੜ ਲੈਣਾ ਸੀਗਾ। ਮੈਂ ਤਾਂ ਕਈ ਇੰਟਰਵਿਊਜ਼ 'ਚ ਇਹ ਵੀ ਕਹਿ ਚੁੱਕਿਆ ਵਾਂ ਕਿ ਅਗਰ ਦੀਪ ਭਾਜੀ ਕਦੀ ਇਲੈਕਸ਼ਨ ਲੜੇ ਤੇ ਮੇਰੀ ਗਰਦਨ ਵੱਢ ਦਿਓ ਭਾਵੇਂ, ਕਿ ਮੈਨੂੰ ਇੰਨਾ ਵਿਸ਼ਵਾਸ ਸੀਗਾ ਉਹਨਾਂ 'ਤੇ ਕਿ ਇਸ ਤਰਫ ਉਹਨਾਂ ਨੇ ਜਾਣਾ ਨਹੀਂ। ਤੇ ਇਹ ਬਿਲਕੁਲ ਵੀ ਰਾਜਨੀਤਿਕ ਨਹੀਂ ਹੈ, ਸੋਸ਼ਲ ਇੱਕ ਸਮਾਜਿਕ ਸੰਸਥਾ ਹੈ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਣਾਈ ਗਈ ਸੀ। ਤੇ ਕਿਸ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਤੁਹਾਡਾ? ਦੀਪ ਸਿੱਧੂ ਹੁਣੀ ਜਦੋਂ ਜਿਉਂਦੇ ਸੀਗੇ ਉਹਨਾਂ ਨੇ ਇੱਕ ਥੋੜ੍ਹੇ ਸਮੇਂ ਦੇ ਵਿੱਚ ਇੱਕ ਕਲਾਕਾਰ ਤੋਂ ਮੈਂ ਫਿਰ ਕਹੂੰਗਾ ਰਾਜਨੀਤੀ ਵਾਲੇ ਪਾਸੇ ਆ ਗਏ। ਇੱਕ ਰਾਜਨੀਤਿਕ ਜਿਹੜਾ ਸੀਗਾ ਉਹਦੇ ਵਿੱਚ ਹਲਚਲ ਉਹਨਾਂ ਨੇ ਪੈਦਾ ਕੀਤੀ ਉੱਥੇ ਆ ਕੇ ਪੰਜਾਬ ਦੇ ਵਿੱਚ। ਉਹਨਾਂ ਦੇ ਲੋਕਾਂ ਨੇ ਵਿਰੋਧ ਵੀ ਕੀਤਾ, ਉਹਨਾਂ ਦੀ ਸਪੋਰਟ ਲੋਕਾਂ ਨੇ ਬਹੁਤ ਸਾਰੀ ਕੀਤੀ। ਇੱਕ ਮਤਲਬ ਉਹਨਾਂ ਨੂੰ ਰਾਜਨੀਤਿਕ ਫਿਗਰ ਵਜੋਂ ਦੇਖਿਆ ਜਾਂਦਾ ਸੀ। ਤੁਸੀਂ ਵੀ ਕਲਾਕਾਰ ਹੋ ਬੇਸਿਕਲੀ, ਹੁਣ ਤੁਸੀਂ ਉਹਨੂੰ ਅੱਗੇ ਲੈ ਕੇ ਜਾ ਰਹੇ ਹੋ। ਦੀਪ ਭਾਜੀ ਜਿਹੜੇ ਜਿੱਥੇ ਹੁਣ ਤੱਕ ਲੋਕਾਂ ਦੇ ਦਿਮਾਗ ਵਿੱਚ ਜੋ ਇਮੇਜ ਪਾਈ ਦੀ ਹੈਗੀ ਆ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਮੇਜ ਹੋਰ ਬਹੁਤ ਉੱਪਰ ਜਾਏਗੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਹਾਲੇ ਤੱਕ ਬਹੁਤ ਲੋਕੀ ਗੱਲਾਂ ਕਰਦੇ ਨਜ਼ਰ ਆਉਂਦੇ ਆ ਕਿ ਜੀ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ, ਉਹਦੀ ਸੋਚ ਬਚਾਉਣ ਦੀ ਲੋੜ ਹੈ, ਲੇਕਿਨ ਉਹਦੀ ਸੋਚ ਦੀ ਗੱਲ ਘੱਟ ਹੋ ਰਹੀ ਹੈ। ਇਹ ਅੱਗੇ ਜਾ ਕੇ ਹੋਰ ਹੋਏਗੀ ਔਰ ਹੋਰ ਲੋਕੀ ਇਹ ਜਾਣਨਗੇ ਕਿ ਕਿੰਨੀ ਵੱਡੀ ਉਹ ਸ਼ਖਸੀਅਤ ਸੀਗੇ। ਮੈਂ ਛੋਟੀ ਜਿਹੀ ਗੱਲ ਦੱਸਦਾ ਕਿ ਇੱਕ ਉਹਨਾਂ ਦੀ ਗੱਲ ਇੱਕ ਬਹੁਤ ਫੇਮਸ ਹੋਈ ਕਿ ਸਾਡੀ ਹੋਂਦ ਦਾ ਮਸਲਾ ਹੈ, ਇਹ ਸਾਡੀ ਹੋਂਦ ਦੀ ਲੜਾਈ ਹੈ। ਇਹ ਸਾਡੀ ਹੋਂਦ ਦੀ ਲੜਾਈ ਜਿਹੜੀ ਹੈ, ਇਹ ਵਰਡ ਉਹਨਾਂ ਨੇ ਕਿਸਾਨ ਮੋਰਚੇ 'ਚ ਬੋਲਿਆ, ਲੇਕਿਨ ਇਹ ਪਹਿਲੀ ਵਾਰੀ ਕੈਮਰੇ ਸਾਹਮਣੇ ਨਹੀਂ ਬੋਲਿਆ ਸੀਗਾ। ਜਦੋਂ ਮੈਂ ਛੋਟੀ ਕਰਕੇ ਦੱਸਦਾ, ਜਦੋਂ ਸਨੀ ਦਿਓਲ ਇਲੈਕਸ਼ਨ ਲੜ ਕੇ ਜਿੱਤ ਗਏ ਤੇ ਕਿੱਦਾਂ ਲੜੇ, ਕੀ ਹੋਇਆ, ਦੀਪ ਭਾਈ ਦੀ ਕੀ ਉਹਦੇ ਵਿੱਚ ਕੰਟਰੀਬਿਊਸ਼ਨ ਸੀਗਾ, ਇਹ ਸਾਰਿਆਂ ਨੂੰ ਪਤਾ ਹੈ। ਜਦੋਂ ਇਲੈਕਸ਼ਨ ਲੜ ਕੇ ਜਿੱਤ ਗਏ ਸਨੀ ਦਿਓਲ ਸਾਹਿਬ, ਤੇ ਉਹਨਾਂ ਨੂੰ ਤਾਂ ਪਤਾ ਨਹੀਂ, ਉਹ ਤਾਂ ਕਦੀ ਗੁਰਦਾਸਪੁਰ ਹੀ ਨਹੀਂ ਗਏ ਸੀ ਮੇਰੇ ਖਿਆਲ, ਤੇ ਉੱਥੇ ਦੀ ਸਮੱਸਿਆਵਾਂ ਕੀ ਨੇ, ਉੱਥੇ ਕੀ ਕਰਨਾ ਹੈ। ਜਦੋਂ ਉਹ ਬੰਦਿਆਂ ਨਾਲ ਬੈਠੇ, ਜਿਹੜੇ ਸਰਕਾਰ ਦੇ ਬੰਦਿਆਂ ਦੇ ਨਾਲ ਬੈਠੇ ਔਰ ਸਰਕਾਰ ਦੇ ਪਿੱਛੇ ਜਿਹੜੀ ਸੰਸਥਾ ਹੈ ਉਹਨਾਂ ਲੋਕਾਂ ਦੇ ਨਾਲ ਬੈਠੇ, ਤੇ ਉਹਨਾਂ ਨੇ ਦੱਸਿਆ ਮਾੜਾ ਮੋਟਾ ਕਿ ਇੱਥੇ ਪੁਲ ਬਣਾਉਣੇ, ਇੱਥੇ ਐਡਮਿਨਿਸਟ੍ਰੇਟਿਵ ਜਿਹੜੇ ਵੀ ਕੰਮ ਹੋਣਗੇ ਤੇ ਉਹ ਸਮਝਾਏ ਗਏ। ਨਾਲ ਮੋਟੀ ਗੱਲ ਉਹਨਾਂ ਸਮਝਾਈ ਗਈ ਕਿ ਸਾਡਾ ਜਿਹੜਾ ਮੇਨ ਸਾਡਾ ਕੰਮ ਹੈ, ਸਾਡੀ ਆਈਡੀਓਲੋਜੀ ਜਿਹੜੀ ਹੈਗੀ ਹੈ, ਇੱਕ ਭਾਰਤ, ਇੱਕ ਬੋਲੀ, ਇੱਕ ਧਰਮ, ਇੱਕ ਦੇਸ਼, ਇਹਨੂੰ ਅਸੀਂ ਪੂਰਾ ਕਰਨਾ ਹੈ। ਤੇ ਬਈ ਇਹਨੂੰ ਕਿੱਦਾਂ ਪੂਰਾ ਕਰਨਾ ਹੈ, ਸਵਾਲ ਸੀਗਾ ਕਿ ਇਹਨੂੰ ਪੂਰਾ ਇੱਦਾਂ ਕਰਨਾ ਹੈ ਕਿ ਅਸੀਂ ਜਿੱਦਾਂ ਸਿੱਖ ਹੈਗੇ ਨੇ, ਸਿੱਖਾਂ ਨੂੰ ਗੋਲੀ ਨਹੀਂ ਮਾਰਨੀ, ਇਹਨਾਂ ਨੂੰ ਆਪਣੇ ਅੰਦਰ ਅਸੈਮੀਲੇਟ ਕਰ ਲੈਣਾ, ਇਹ ਹੌਲੀ ਸਾਡੇ ਵਿੱਚ ਹੀ ਮਿਲ ਜਾਣ। ਇੱਦਾਂ ਦਾ ਆਪਾਂ ਜਿਹੜਾ ਲੌਂਗ ਟਰਮ ਸਾਡਾ ਮੁੱਦਾ ਇਹ ਹੈਗਾ। ਇਹ ਕਿੱਦਾਂ ਹੋਏਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੇ ਹੁੰਦੇ ਆ, ਇਹਨਾਂ ਨੂੰ ਉੱਥੋਂ ਦੀ ਤੋੜਨਾ, ਡੇਰੇਵਾਦ ਦੇ ਥਰੂ, ਨਸ਼ਿਆਂ ਦੇ ਨਾਲ, ਜਿਸ ਤਰ੍ਹਾਂ ਵੀ ਕਰਕੇ ਇਹਨਾਂ ਨੂੰ ਉਸ ਗੁਰਦੁਆਰਾ ਸਾਹਿਬ ਤੋਂ ਇਹਨਾਂ ਨੂੰ ਤੋੜਨਾ। ਉਹ ਹੌਲੀ ਇਹ ਸਭ ਹੋਏਗਾ। ਦੀਪ ਸਿੱਧੂ ਭਾਜੀ ਇਸ ਮੀਟਿੰਗ ਦੇ ਵਿੱਚ ਸੀਗੇ, ਉਹ ਸਨੀ ਦਿਓਲ ਸਾਹਿਬ ਵੱਲ ਦੇਖਣ ਕਿ ਕੀ ਬੋਲਦੇ ਆ ਸਾਹਿਬ, ਤੇ ਭਾਜੀ ਕੁਛ ਨਹੀਂ ਬੋਲੇ। ਗੱਡੀ ਵਿੱਚ ਬੈਠੇ ਹੋਏ ਜਦੋਂ ਬਾਹਰ ਨਿਕਲੇ, ਗੱਡੀ 'ਚ ਬੈਠੇ ਹੋਏ ਜਦੋਂ ਦੋਨੋਂ ਜਾਣੇ ਇਕੱਲੇ ਸੀਗੇ, ਤੇ ਦੀਪ ਭਾਜੀ ਨੇ ਸਨੀ ਦਿਓਲ ਸਾਹਿਬ ਨੂੰ ਬੋਲਿਆ ਕਿ ਭਾਜੀ, ਭਈਆ ਬੋਲਦੇ ਸੀਗੇ ਉਹਨੂੰ, ਕਹਿੰਦੇ ਭਈਆ ਇਹ ਹੁਣ ਇਹ ਤਾਂ ਸਾਡੀ ਹੋਂਦ ਦਾ ਮਸਲਾ ਹੈ, ਇਹ ਤਾਂ ਸਾਡੀ ਹੋਂਦ, ਸਾਡੀ ਹੈਸੀਅਤ ਮਿਟਾਉਣ 'ਤੇ ਹੈਗੀ ਹੈ। ਸਾਡਾ ਤਾਂ ਇਹ ਜਿਹੜੀ ਗੱਲ ਪਹਿਲੀ ਵਾਰੀ ਸਨੀ ਦਿਓਲ ਨੂੰ ਬੋਲੀ ਸੀਗੀ। ਸਨੀ ਦਿਓਲ ਦਾ ਜਵਾਬ ਸੀਗਾ, ਯਾਰ ਆਪਾਂ ਕੀ ਕਰ ਸਕਦੇ ਹਾਂ। ਹੁਣ ਸਨੀ ਦਿਓਲ ਨੇ ਕੀ ਫੇਵਰ ਲਏ ਸੀਗੇ, ਕੀ ਨਹੀਂ ਲਏ ਸੀਗੇ, ਉਹ ਬੋਲਦੇ ਹੋਏ ਮੈਨੂੰ ਉੱਧਰ ਜਾਣਾ ਚਾਹੀਦਾ, ਲੇਕਿਨ ਇਹ ਗੱਲ ਜਿਹੜੀ ਸੀ ਪਹਿਲੀ ਵਾਰੀ ਉਹਨੂੰ ਬੋਲੀ ਸੀ। ਸਨੀ ਦਿਓਲ ਦਾ ਜਵਾਬ ਸੀਗਾ, ਅਸੀਂ ਯਾਰ ਕੀ ਕਰ ਸਕਦੇ ਹਾਂ। ਵਾਕਈ ਸਨੀ ਦਿਓਲ ਕੀ ਕਰ ਸਕਦੇ ਸੀਗੇ, ਉਹ ਸ਼ਾਂਤ ਹੋ ਗਏ। ਇਹ ਹੁਣ ਉਹਦੇ ਅੰਦਰ ਇਹ ਭਾਂਬੜ ਜਾ ਮੱਚਦਾ ਸੀ ਕਿ ਯਾਰ ਇਹ ਸਾਡੀ ਹੋਂਦ ਮਿਟਾਉਣ 'ਤੇ ਆਏ ਹੋਏ ਆ। ਤੇ ਜਦੋਂ ਲੋਕਡਾਊਨ ਹੋਇਆ, ਉਹਦੇ ਵਿੱਚ
ਦੀਪ ਭਾਜੀ ਪਹਿਲੀ ਵਾਰੀ ਬੋਲਣਾ ਸ਼ੁਰੂ ਹੋਏ, ਜਦੋਂ ਪਹਿਲੀ ਵਾਰੀ ਬੋਲੇ ਤਾਂ ਜਿਹੜੇ 328 ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਸੀਗੇ ਉੱਥੇ ਬੋਲਣਾ ਸ਼ੁਰੂ ਹੋਏ, ਕਿਉਂਕਿ ਉੱਥੇ ਉਹ ਚੋਰੀ ਕਰਕੇ, ਉਹ ਬੇਅਦਬੀਆਂ ਕਰਕੇ ਉਹ ਗੁਰੂ ਸਾਹਿਬ ਦੀ ਵੈਲਿਊ ਘਟਾਉਣਾ ਚਾਹੁੰਦੇ ਆ ਕਿ ਇਹਨਾਂ ਦਾ ਬੇਅਦਬੀ ਮੁੱਦਾ ਇੰਨਾ ਜ਼ਿਆਦਾ ਕਰ ਦਿਓ ਕਿ ਰੋਜ਼ ਦਾ ਹੀ ਕੰਮ ਹੋ ਜਾਏ, ਕਿ ਇੱਕ ਨਿਊਜ਼ ਵੀ ਨਾ ਰਹਿ ਜਾਏ। ਤਾਂ ਕਰਕੇ ਇੰਨੇ ਸਾਰੇ ਉੱਥੇ ਉਹਨੂੰ ਸਮਝ ਆਇਆ ਕਿ ਇਹ ਸਾਨੂੰ ਅਸੈਂਬਲੀਏਟ ਕਰਨ ਦੇ ਲਈ ਜਿਹੜਾ ਸਾਨੂੰ ਗੁਰੂ ਘਰਾਂ ਤੋਂ ਤੋੜਨਾ, ਇਹ ਸਟੈਪ ਉਹਦਾ ਹੀ ਹੈ। ਇਹ ਉੱਥੇ ਬੋਲਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਕਿਸਾਨ ਮੋਰਚਾ ਸ਼ੁਰੂ ਹੋ ਗਿਆ। ਉੱਥੇ ਜਦੋਂ ਸਾਰੇ ਬੰਦੇ ਐਮਐਸਪੀ ਕਰਦੇ ਸੀਗੇ ਤੇ ਦੀਪ ਭਾਈ ਦੀ ਮਜਬੂਰੀ ਸੀਗੀ ਕਿ ਸਿੱਧੀ ਖੁੱਲ੍ਹ ਕੇ ਗੱਲ ਨਹੀਂ ਦੱਸ ਸਕਦੇ ਸੀਗੇ, ਲੇਕਿਨ ਉਹ ਸਿੱਧਾ ਦੱਸ ਵੀ ਰਹੇ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ, ਇਹ ਸਾਡੀ ਨਸਲਾਂ ਦੀ ਲੜਾਈ ਹੈ, ਸਾਡੀ ਫਸਲਾਂ ਦੀ ਲੜਾਈ ਨਹੀਂ ਹੈ। ਇਸ ਤੋਂ ਜ਼ਿਆਦਾ ਸਿੱਧਾ ਉਹ ਕੀ ਦੱਸਦੇ, ਅਸੀਂ ਸਮਝ ਹੀ ਨਹੀਂ ਪਾਏ। ਹੁਣ ਜਿੱਦਾਂ ਮੈਂ ਬੋਲ ਕੇ ਹਟਿਆ ਕਿ ਜੋ ਦੀਪ ਸਿੱਧੂ ਭਾਜੀ ਦੀ ਇਮੇਜ ਹੁਣ ਹੈਗੀ ਹੈ, ਆਉਣ ਵਾਲੇ ਦਹਾਕਿਆਂ ਦੇ ਵਿੱਚ ਇਹ ਕਈ ਗੁਣਾ ਵੱਡੀ ਹੋਏਗੀ ਜਦੋਂ ਗੱਲਾਂ ਸਾਹਮਣੇ ਆਉਣਗੀਆਂ ਕਿ ਉਸ ਬੰਦੇ ਦੀ ਕੁਰਬਾਨੀਆਂ ਕੀ ਨੇ, ਕਿੰਨਾ ਕੁਛ ਉਹ ਬੰਦਾ ਕਰ ਗਿਆ, ਕਿਸ ਲਈ ਲੜ ਰਿਹਾ ਸੀਗਾ। ਆਪਾਂ ਨੂੰ ਸਮਝ ਹੀ ਨਹੀਂ ਪਾਏ, ਅਸੀਂ ਬਹੁਤ ਬਾਅਦ 'ਚੋਂ ਸਮਝਿਆ। ਬਿਨਾਂ ਸ਼ੱਕ ਦੀਪ ਸਿੱਧੂ ਹੁਣੀ ਬਹੁਤ ਵੱਡਾ ਨਾਂ ਉਹਨਾਂ ਦਾ ਥੋੜ੍ਹੇ ਸਮੇਂ ਦੇ ਵਿੱਚ ਬਣੇ, ਜਿੰਨੇ ਸਮੇਂ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਆਏ। ਮੈਂ ਫਿਰ ਰਾਜਨੀਤੀ ਸ਼ਬਦ ਵਰਤ ਰਿਹਾ। ਦੀਪ ਸਿੱਧੂ ਨੂੰ ਫੋਲੋ ਕਰਨ ਵਾਲੇ ਜਾਂ ਜਿਹੜੇ ਉਹਦੇ ਪ੍ਰਸ਼ੰਸਕ ਨੇ, ਬਹੁਤੇ ਸਿੱਖਾਂ ਦੇ ਇੱਕ ਖਾਸ ਗਰਮ ਧੜੇ ਨਾਲ ਸੰਬੰਧਿਤ ਮੰਨਿਆ ਜਾਂਦਾ, ਤੇ ਜਿਹੜੀ ਦੀਪ ਸਿੱਧੂ ਦੀ ਗੱਲਬਾਤ ਸੀ ਉਹ ਵੀ ਉਸ ਗੱਲਬਾਤ ਵੱਲ ਇਸ਼ਾਰਾ ਕਰਦੀ ਸੀ। ਕੀ ਵਾਰਿਸ ਪੰਜਾਬ ਦੇ ਉਸੇ ਸੋਚ ਨਾਲ ਅੱਗੇ ਜਾ ਰਹੀ ਹੈ? ਨਹੀਂ, ਉਸ ਨੂੰ ਗਰਮ ਧੜਾ ਕਹਿਣਾ ਗਲਤ ਗੱਲ ਹੋਏਗੀ। ਮੈਂ 2-3 ਹਫ਼ਤੇ ਪਹਿਲਾਂ ਇੰਗਲੈਂਡ ਦੇ ਵਿੱਚ ਸੀਗਾ, ਜਾਂ ਮੈਂ ਟੋਰਾਂਟੋ ਦੇ ਵਿੱਚ ਸੀਗਾ। ਮੈਂ ਇੱਥੇ ਬੜੇ ਬੱਚੇ ਜਿਹੜੇ ਇੱਥੇ ਦੇ ਬੌਰਨ ਆ, ਉਹ ਜਿਹੜੇ ਪੈਦਾ ਇੱਥੇ ਹੋਏ ਆ, ਜਿਨ੍ਹਾਂ ਨੂੰ ਜਿਹੜੇ ਇੱਕ ਐਸੇ ਵੀ ਸੀਗੇ ਜਿਹੜੇ ਪੰਜਾਬ ਗਏ ਨਹੀਂ, ਅਤੇ ਉਹ ਕਹਿੰਦੇ ਅਸੀਂ ਦੀਪ ਸਿੱਧੂ ਨੂੰ ਸੁਣਨ ਤੋਂ ਬਾਅਦ ਸਾਡੇ ਦਿਲ ਅੰਦਰ ਹੋਇਆ ਕਿ ਅਸੀਂ ਜੋ ਭੁੱਲ ਚੁੱਕੇ ਸੀਗੇ, ਅਸੀਂ ਵਾਪਸ ਉੱਧਰ ਨੂੰ ਗਏ ਆ। ਮੇਰੀ ਫੇਸਬੁੱਕ 'ਤੇ ਇੱਕ ਵੀਡੀਓ ਵੀ ਮੈਂ ਪਾਇਆ ਸੀਗਾ ਇੱਕ ਮੁੰਡੇ ਦਾ, ਉਹ ਲੰਡਨ ਦਾ, ਇੰਗਲੈਂਡ ਦਾ ਬੌਰਨ ਸੀਗਾ। ਅਤੇ ਉਹ ਕੋਈ ਗਰਮ ਖਿਆਲੀ ਕਰਕੇ ਨਹੀਂ ਹੋਏ। ਬਹੁਤ ਸਾਰੇ ਲੋਕ ਜਿਹੜੇ ਹੈਗੇ ਆ, ਉਹਨਾਂ ਨੇ ਦਾੜੀਆਂ ਰੱਖ ਲਈਆਂ, ਪੱਗਾਂ ਬੰਨ੍ਹਣੀਆਂ ਸ਼ੁਰੂ ਕਰਤੀਆਂ, ਸਿੱਖੀ ਵੱਲ ਨੂੰ ਹੋ ਗਏ ਆ, ਬਹੁਤ ਜ਼ਿਆਦਾ ਉਹਨਾਂ ਦਾ ਇੰਕਲਾਈਨ ਹੋਇਆ। ਅਤੇ ਇਹ ਕੋਈ ਗਰਮ ਖਿਆਲੀ ਥੋੜ੍ਹੀ ਹੈ। ਜੇ ਉਹੀ ਗੱਲ ਹਵੇਲੀ ਵਾਲੀ ਗੱਲ ਮੈਂ ਤੁਹਾਨੂੰ ਆ ਕੇ ਦੱਸ ਰਿਹਾ ਕਿ ਤੁਹਾਡੀ ਇੱਕ ਹਵੇਲੀ ਹੈਗੀ ਹੈ ਤੁਹਾਡੇ ਦਾਦੇ ਦੇ ਦਾਦੇ ਦੀ, ਜਿਹਦੇ ਵਾਰਿਸ ਤੁਸੀਂ ਹੋ, ਇਹ 'ਚ ਗਰਮ ਖਿਆਲੀ ਕਿੱਥੋਂ ਹੋ ਗਈ? ਇਹ ਸਾਡੀ ਹੋਂਦ ਦਾ ਮਸਲਾ ਹੈ। ਇਸ ਦੇ ਵਿੱਚ ਗਰਮ ਖਿਆਲੀ ਕਿੱਦਾਂ ਆ ਗਿਆ? ਇਹ ਤਾਂ ਗਰਮ ਖਿਆਲੀ ਵਾਲੀ ਗੱਲ ਨਹੀਂ ਹੈ, ਤੇ ਪੰਜਾਬ ਨਾਲ ਜੁੜਨ ਦੀ ਗੱਲ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਗੱਲ ਹੈ। ਕਿਸੇ ਨੂੰ ਮਾੜਾ ਤੇ ਆਪਾਂ ਕਹਿ ਹੀ ਨਹੀਂ ਰਹੇ। ਮੈਂ ਇੰਨਾ ਵੀ ਬੋਲ ਚੁੱਕਿਆ, ਮੇਰੇ ਪੁਰਾਣੇ ਲਾਈਵ ਦੇ ਵਿੱਚੋਂ ਕੱਢ ਕੇ ਵੇਖ ਲਓ, ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਬੋਲੀਏ, ਖਾਸ ਕਰ ਸਾਨੂੰ ਹਿੰਦੂ ਧਰਮ ਦੇ ਖਿਲਾਫ ਬੋਲ ਦਿੱਤਾ ਜਾਂਦਾ ਕਿ ਆਪਾਂ ਐਂਟੀ ਹਿੰਦੂ ਹੈਗੇ। ਇੱਕ ਵੀ ਸ਼ਬਦ ਜ਼ਿੰਦਗੀ ਵਿੱਚ ਕਦੀ ਐਂਟੀ ਹਿੰਦੂ ਨਿਕਲੇ ਸਾਡੇ ਮੂੰਹੋਂ ਦੀ, ਸਾਡੀਆਂ ਗਰਦਨਾਂ ਕੱਟ ਦਿੱਤੀਆਂ ਜਾਣ। ਨਾ ਕਦੀ ਦੀਪ ਭਾਜੀ ਬੋਲੇ। ਦੀਪ ਭਾਜੀ ਦੇ ਹੁੰਦੇ ਵੀ ਇਹ ਗੱਲ ਬੋਲਦਾ ਸੀ, ਤੇ ਹੁਣ ਵੀ ਬੋਲਦਾ, ਹੁਣ ਆਪਣੇ ਲਈ ਵੀ ਬੋਲਦਾ ਕਿ ਅਗਰ ਮੇਰੇ ਮੂੰਹੋਂ ਵੀ ਕਦੀ ਕੋਈ ਕਿਸੇ ਦੇ ਖਿਲਾਫਤ ਸ਼ਬਦ ਨਿਕਲੇ, ਧੌਣ ਵੱਢ ਦਿੱਤੀ ਜਾਵੇ। ਰਾਜਨੀਤੀ ਪੰਜਾਬ ਦੇ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ, ਜੇ ਉਹਨੂੰ ਪੋਲੀਟੀਕਲੀ ਦੇਖਿਆ ਜਾਵੇ, ਅਕਾਲੀ ਨੇ, ਕਾਂਗਰਸ ਵਾਲੇ ਨੇ, ਖੱਬੇ ਪੱਖੀ ਨੇ, ਦੀਪ ਸਿੱਧੂ ਦੀ ਸੋਚ ਸਿਮਰਨਜੀਤ ਸਿੰਘ ਮਾਨ ਦੇ ਨੇੜੇ ਸੀਗੀ। ਕੀ ਇਹ ਸੋਚ ਉਹੀ ਸੋਚ ਹੋਊਗੀ? ਨਹੀਂ, ਸਿਮਰਨਜੀਤ ਸਿੰਘ ਮਾਨ ਸਾਹਿਬ ਪੰਜਾਬ ਦੀ, ਦੀਪ ਸਿੱਧੂ ਭਾਜੀ ਹਮੇਸ਼ਾ ਗੱਲ ਕਰਦੇ ਸੀਗੇ ਕਿ ਇਹਨਾਂ ਜਿਹੜੀਆਂ ਪਾਰਟੀਆਂ, ਇਹਨਾਂ ਨਾਲ ਲੰਗੜੀਆਂ ਸਰਕਾਰਾਂ ਬਣਨਗੀਆਂ। ਆਪਾਂ ਆਮ ਆਦਮੀ ਪਾਰਟੀ ਤੋਂ ਦੇਖ ਵੀ ਰਹੇ ਹਾਂ, ਇਹਨਾਂ ਨੇ ਬਣਾ ਕੇ ਕੀ ਜਿਹੜੇ ਰਾਜ ਸਭਾ ਵਿੱਚ ਜੋ ਅਸਲੀ ਮੁੱਦੇ ਤੇ ਰਾਜ ਸਭਾ 'ਚ ਡਿਸਕਸ ਹੋਣੇ ਸੀਗੇ, ਉੱਥੇ ਅਸੀਂ ਕੀ ਭੇਜ ਦਿੱਤੇ ਨੇ। ਉਹ ਤਾਂ ਬੀਜੇਪੀ ਦੇ ਬੰਦੇ ਨੇ। ਤਾਂ ਇਹ ਤਾਂ ਉਹ ਕਲੀਅਰ ਹੀ ਬੋਲ ਰਿਹਾ ਸੀ ਦੀਪ ਸਿੱਧੂ ਕਿ ਬਈ ਇਹ ਤਾਂ ਲੰਗੜੀਆਂ ਸਰਕਾਰਾਂ ਬਣਨਗੀਆਂ। ਇਤਨਾ ਤਾਂ ਰਾਜਨੀਤੀ ਪੰਜਾਬ ਦੀ ਅਗਰ ਕਰਨੀ ਹੋਏਗੀ ਤਾਂ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਨਾਲ ਹੀ ਕਰਨੀ ਪਏਗੀ। ਉਹ ਪੰਜਾਬ ਦੀ ਖੇਤਰੀ ਪਾਰਟੀ ਤਾਂ ਇੱਕ ਹੀ ਬਚੀ ਹੈ, ਜੋ ਅਕਾਲੀ ਦਲ ਬਾਦਲਾਂ ਵਾਲੀ ਪਾਰਟੀ, ਉਹਦਾ ਤੇ ਸਾਨੂੰ ਪਤਾ ਹੀ ਹੈ ਕੀ ਹੋਇਆ। ਤੇ ਇੱਕ ਇਹੀ ਪਾਰਟੀ ਸੀ। ਹਿੰਦੁਸਤਾਨ, ਪੰਜਾਬ ਦੇ ਅੰਦਰ 60% ਸਿੱਖ ਨੇ। ਕਿਸੇ ਪਾਰਟੀ ਦਾ ਸਿੱਖਾਂ ਦਾ ਕੋਈ ਮੁੱਦਾ ਨਹੀਂ ਹੈ। ਇਹ ਕਿਉਂ ਹੋ ਰਿਹਾ? ਇੱਕ ਹੀ ਪਾਰਟੀ ਹੈ ਜੋ ਸਿੱਖਾਂ ਦੇ ਮੁੱਦੇ ਉੱਤੇ ਹੈਗੀ ਹੈ। ਆਪਾਂ ਕਿਸੇ ਦੇ ਖਿਲਾਫ ਨਹੀਂ ਹੈ, ਬਾਰ-ਬਾਰ ਬੋਲਦਾ, ਲੇਕਿਨ ਜਿਸ ਏਰੀਏ ਦੇ, ਜਿਸ ਸਟੇਟ ਦੇ 60% ਲੋਕ ਹੈਗੇ, ਉਹਨੂੰ ਕੋਈ ਤਵੱਜੋ ਨਹੀਂ ਦੇਣਾ ਚਾਹੁੰਦਾ, ਤੇ ਅਸੀਂ ਉਸ ਪਾਰਟੀ ਦਾ ਸਾਥ ਦਿੱਤਾ ਸੀਗਾ। ਅਗਰ ਕੋਈ ਹੋਰ ਪਾਰਟੀ ਵੀ ਜੋ ਪੰਜਾਬ ਦੀ ਹੋਏਗੀ, ਜੋ ਦਿੱਲੀੋਂ ਨਹੀਂ ਚੱਲੇਗੀ, ਅਸੀਂ ਉਹਦਾ ਵੀ ਸਾਥ ਦੇਵਾਂਗੇ। ਕਲਸੀ ਸਾਹਿਬ, ਤੁਸੀਂ ਕਲਾਕਾਰ ਹੋ, ਦੀਪ ਸਿੱਧੂ ਕਲਾਕਾਰ ਸੀ, ਪਰ ਇਹ ਜਿਹੜਾ ਬਦਲਾਅ ਆ ਇਹ ਬਹੁਤ ਵੱਡਾ ਆ। ਕਲਾਕਾਰ ਜਿਹੜਾ ਉਹ ਆਪਣੇ ਫੀਲਡ ਦੇ ਵਿੱਚੋਂ ਰਾਜਨੀਤੀ ਵਾਲੇ ਪਾਸੇ ਆ ਰਿਹਾ, ਇਹ ਸਬੱਬ ਕਿੱਦਾਂ ਆ? ਦੀਪ ਸਿੱਧੂ ਦਾ ਸਬੱਬ ਬਹੁਤ ਵੱਡਾ ਸੀ। ਤੁਸੀਂ ਜਿੰਨੀਆਂ ਡੂੰਘੀਆਂ ਗੱਲਾਂ ਦੱਸ ਰਹੇ ਹੋ, ਉਹਦੇ ਵਿੱਚੋਂ ਵੀ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਇੱਧਰ ਕਮਿਟਡ ਹੋ ਇਸ ਪਾਸੇ। ਇਹ ਚੇਂਜ ਕਿੱਦਾਂ ਹੈ ਜੀ? ਇਹ ਮੈਂ ਜਦੋਂ 2016 ਵਿੱਚ ਮੈਂ ਭਾਜੀ ਨੂੰ ਪਹਿਲੀ ਵਾਰੀ ਮਿਲਿਆ ਸੀਗਾ, ਤਾਂ ਭਾਜੀ ਇੱਦਾਂ ਨਹੀਂ ਸੀ। ਇਹ ਗੱਲਾਂ ਨਹੀਂ ਸੀਗੀਆਂ, ਉਹ ਗੱਲਾਂ ਕੁਝ ਹੋਰ ਹੁੰਦੀਆਂ ਸੀਗੀਆਂ, ਨੋਰਮਲ ਗੱਲਾਂ ਹੁੰਦੀਆਂ ਸੀਗੀਆਂ। ਲੇਕਿਨ ਮੈਂ ਵੀ ਭਾਜੀ ਨੂੰ ਜਦੋਂ ਪਹਿਲੀ ਵਾਰੀ
ਸਨੀ ਦਿਓਲ ਸਾਹਿਬ ਦੇ ਲਈ ਮੈਂ ਵੀ ਗਿਆ ਸੀਗਾ ਬਹੁਤ ਥੋੜ੍ਹੇ ਟਾਈਮ ਤੇ ਭਾਈ, ਤੇ ਪੂਰੀ ਤਰ੍ਹਾਂ ਨਾਲ ਫੁੱਲ ਫਲੈਸ਼ 'ਤੇ ਲੱਗੇ ਸੀਗੇ। ਮੈਂ ਬਹੁਤ ਥੋੜ੍ਹੇ ਟਾਈਮ ਲਈ ਗਿਆ ਸੀ। ਭਾਜੀ ਨੂੰ ਜਦੋਂ ਮੈਂ ਲੋਕਡਾਊਨ ਦੇ ਵਿੱਚ ਗੁਰੂ ਸਾਹਿਬ ਦੇ ਸਰੂਪਾਂ ਬਾਰੇ ਗੱਲ ਕਰਦੇ ਵੇਖਿਆ ਤਾਂ ਮੈਨੂੰ ਲੱਗਿਆ ਕਿ ਇਹ ਚੇਂਜਸ ਹੋਣੇ ਸ਼ੁਰੂ ਹੋ ਗਏ। ਉਸ ਦੀ ਭਾਸ਼ਾ ਬਦਲ ਰਹੀ ਸੀ, ਉਸ ਦਾ ਇੱਕ ਕੈਮਰੇ ਸਾਹਮਣੇ ਲੋਕਾਂ ਨੂੰ ਸੰਬੋਧਿਤ ਕਰਨ ਦਾ ਇੱਕ ਤਰੀਕਾ ਹੁੰਦਾ, ਉਹ ਇੱਕ ਸਾਹਿਤਕ ਜਿਹਾ ਉਸ ਦਾ ਲਹਿਜਾ ਹੁੰਦਾ ਜਾ ਰਿਹਾ ਸੀਗਾ। ਉਸ ਦੇ ਵੋਕੈਬਲਰੀ ਬਦਲਦੀ ਪਈ ਸੀ, ਉਸਦੇ ਟੌਪਿਕ ਬਦਲ ਰਹੇ ਸੀ। ਅਤੇ ਹੌਲੀ ਹੌਲੀ ਜਦੋਂ ਆਪਾਂ ਕਿਸਾਨ ਮੋਰਚੇ ਦੇ ਵਿੱਚ ਬੈਠਣਾ ਸ਼ੁਰੂ ਹੋਏ, ਇੱਥੇ ਜਦੋਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਅਤੇ ਉਹਦੇ ਅੰਦਰ ਬਹੁਤ ਜ਼ਿਆਦਾ ਟਰਾਂਸਫੋਰਮੇਸ਼ਨ ਹੁੰਦਾ ਜਾ ਰਿਹਾ ਸੀਗਾ। ਮੈਂ ਇੱਕ ਵਾਰੀ ਇੱਕ ਇੰਟਰਵਿਊ ਤੋਂ ਨਿਕਲਿਆ ਵੀ, ਉੱਥੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤੇ, ਬੜੇ ਵਧੀਆ ਲੌਜਿਕ ਦਿੱਤੇ, ਅਤੇ ਮੈਂ ਹੱਸਦਾ ਸੀਗਾ ਗੱਡੀ 'ਚ ਬੈਠਾ। ਮੈਂ ਭਾਜੀ ਆਹ ਲੌਜਿਕ ਤੁਹਾਨੂੰ ਆਉਂਦੇ ਕਿੱਥੋਂ ਦੀ ਤੁਸੀਂ ਕੱਢ ਕੇ ਲਿਆਉਂਦੇ ਹੋ, ਤਾਂ ਤੁਸੀਂ ਲਾਜਵਾਬ ਕਰ ਦਿੱਤਾ। ਇਹ ਸਵਾਲ ਹੀ ਇੰਨੇ ਖਤਰਨਾਕ ਸੀਗੇ। ਤਾਂ ਉਹਦਾ ਜਵਾਬ ਉਹਦਾ ਆਪਣੇ ਸਟਾਈਲ 'ਚ ਇੱਦਾਂ ਦਿੰਦਾ ਹੁੰਦਾ, ਕਹਿੰਦਾ ਬਾਈ ਆ ਮੈਨੂੰ ਨਹੀਂ ਪਤਾ, ਉਹੀ ਅਕਾਲ ਪੁਰਖ ਕਰਾ ਰਿਹਾ ਮੇਰੇ ਕੋਲੋਂ ਮੈਨੂੰ। ਮੈਂ ਕਿਹਾ ਗਿਣ ਮਿਣ ਕੇ ਨਹੀਂ ਆਇਆ ਸੀ ਘਰੋਂ ਕਿ ਇੱਦਾਂ ਦਾ ਬੋਲਣਾ। ਅਤੇ ਉਹ ਮੈਂ ਮਹਿਸੂਸ ਕਰਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਉਸੇ ਦੇ ਹਿਸਾਬ ਨਾਲ ਚੱਲੀ ਜਾਂਦਾ। ਔਰ ਤੁਸੀਂ ਰੋਕਣਾ ਵੀ ਚਾਹੁੰਦੇ ਹੋ ਖੁਦ ਨੂੰ। ਜਿੱਦਾਂ ਮੈਂ ਹੀ ਹੁਣੇ ਜਿਹੜੀਆਂ ਗੱਲਾਂ ਬੋਲ ਰਿਹਾ ਵਾਂ, ਜਾਂ ਮੈਂ ਦੁਬਈ, ਲੰਡਨ, ਇੱਥੇ ਜਾਂ ਜੋ ਕੁਝ ਬੋਲ ਰਿਹਾ, ਮੈਨੂੰ ਲੱਗਦਾ ਮੈਨੂੰ ਹਿੰਦੁਸਤਾਨ 'ਚ ਜਾ ਕੇ ਬਹੁਤ ਪਰੇਸ਼ਾਨੀ ਹੋਣ ਵਾਲੀ ਹੈ। ਮੈਨੂੰ ਕਿੱਥੋਂ ਕੌਣ ਕਿੱਦਾਂ ਇਹ ਟੈਕਲ ਕਰਨਾ ਪਏਗਾ ਤਾਂ ਜਵਾਬ ਜਿਹੜਾ ਹੈਗਾ, ਜਾਂ ਪਤਾ ਨਹੀਂ ਮੈਨੂੰ ਜੇਲ੍ਹਾਂ 'ਚ ਸੜਨਾ ਪਏਗਾ, ਮੈਨੂੰ ਨਹੀਂ ਪਤਾ। ਲੇਕਿਨ ਮੇਰੇ 'ਤੇ ਕੰਟਰੋਲ ਨਹੀਂ ਹੈਗਾ, ਮੈਂ ਨਹੀਂ ਰੋਕ ਪਾ ਰਿਹਾ। ਮੈਨੂੰ ਲੱਗਦਾ ਕਿ ਮੈਂ ਅਗਰ ਇਹ ਗੱਲਾਂ ਛੁਪਾ ਰਿਹਾ ਵਾਂ, ਇਹ ਗੱਲਾਂ ਨਹੀਂ ਦੱਸ ਰਿਹਾ, ਅਤੇ ਮੈਂ ਦੀਪ ਭਾਈ ਦੇ ਨਾਲ ਬੇਇਨਸਾਫੀ ਕਰਦਾ ਪਿਆ। ਉਹ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ, ਇਸ ਕਰਕੇ ਬੋਲ ਰਿਹਾ ਮੈਂ। ਸਾਡੇ ਚੈਨਲ ਪੰਜਾਬੀ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਆਖਰ ਦੇ ਵਿੱਚ ਕੋਈ ਉਹਨਾਂ ਦੇ ਲਈ ਸੁਨੇਹਾ ਜੀ? ਮੈਂ ਕੈਨੇਡਾ ਦੇ ਸਾਰੇ ਜਿੰਨੇ ਵਸਨੀਕ ਨੇ, ਇਹਨਾਂ ਸਾਰਿਆਂ ਨੂੰ ਇੱਕ ਗੱਲ ਬੋਲਣਾ ਚਾਹਾਂਗਾ। ਕਿਊਬਿਕ ਦੇ ਵਿੱਚ ਇੱਕ ਲਾਅ ਪਾਸ ਹੋਇਆ ਜਿੱਥੇ ਪੱਗ ਔਰ ਹਿਜਾਬ ਵਾਲੇ ਨੂੰ ਨੌਕਰੀ ਨਹੀਂ ਦਿੱਤੀ ਜਾਏਗੀ। ਇਸ ਦੇ ਖਿਲਾਫ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਆਵਾਜ਼ ਚੁੱਕਦੀ ਪਈ ਹੈ ਇਸ ਬਿੱਲ ਦੇ। ਅਤੇ ਅਸੀਂ ਜਿੰਨੇ ਵੀ ਇੰਡੀਅਨ ਹੈਗੇ ਹਨ, ਮਾਈਨੋਰਿਟੀਜ਼ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਆ, ਭਾਵੇਂ ਉਹ ਕਿਸੇ ਵੀ ਜਥੇਬੰਦੀ ਤੋਂ ਹੈ, ਕਿਸੇ ਵੀ ਪਾਰਟੀ ਤੋਂ ਹੈ, ਭਾਵੇਂ ਅਕਾਲੀ ਹੋ, ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਚੱਲਦੇ ਹੋ, ਕਾਂਗਰਸ ਦੇ ਹੋ, BJP ਦੇ, ਕੋਈ ਵੀ ਹੋ, ਇਸ ਮੁੱਦੇ ਦੇ ਵਿੱਚ ਇਕੱਠੇ ਹੋਣਾ ਚਾਹੀਦਾ। ਇਸ ਦੇ ਲਈ ਜੋ ਕੰਜ਼ਰਵੇਟਿਵ ਪਾਰਟੀ ਹੈ, ਜੋ ਇਸ ਬਿੱਲ ਦੇ ਖਿਲਾਫ ਲੜਦੀ ਪਈ ਹੈ, ਉਸ ਦਾ ਸਾਥ ਦੇਣਾ ਚਾਹੀਦਾ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਦਲਜੀਤ ਕਲਸੀ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਦੀਪ ਸਿੱਧੂ ਦੇ ਨਾਲ ਬਦਲਾਅ ਆਉਂਦਾ, ਇੱਕ ਹਲਚਲ ਹੁੰਦੀ ਆ, ਕਲਾਕਾਰ ਇੱਧਰਲੇ ਪਾਸੇ ਆਉਂਦੇ ਆ, ਬਹੁਤ ਸਾਰੀ ਕੰਟਰੋਵਰਸੀ ਵੀ ਉਹਦੇ ਨਾਲ ਜੁੜਦੀ ਆ। ਵਾਰਿਸ ਪੰਜਾਬ ਦੇ ਜਿਹੜੀ ਕਿ ਇੱਕ ਸਮਾਜਿਕ ਸੰਸਥਾ ਦੱਸੀ ਜਾ ਰਹੀ ਆ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਲੈ ਕੇ ਆਉਂਦੀ ਹੈ ਪੰਜਾਬ ਦੇ ਸਮਾਜ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸਾਡੇ ਲਈ ਹੋਏਗਾ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।